महाराज जी बाबा बुड्ढा जी, भाई गुरदास, भाई सालो, भाई पैड़ा, भाई प्राणा, भाई विधिया, भाई लगा। ਇਹ ਮੋਰੀ ਸਿੱਖ ਸੀ, ਵੱਖੋ ਵੱਖਰੇ ਇਲਾਕਿਆਂ ਦੇ ਵਿੱਚ ਪ੍ਰਚਾਰ ਕਰਨ ਵਾਲੇ। ਇੱਕ ਸਿੱਖ ਜਿਹੜਾ ਸੀ 2-2, 3-3 ਹਜ਼ਾਰ ਸੰਗਤ ਉਹਦੇ ਨਾਲ ਸੀ। ਮੰਜੀ ਦਾ ਅਰਥ ਇਹ ਹੁੰਦਾ ਵੀ ਗੁਰੂ ਸਾਹਿਬ ਨੇ ਕਿਸੇ ਸਿੱਖ ਨੂੰ ਮੰਜੀ ਦਿੱਤੀ ਕਿ ਪੁੱਤ ਮੰਜੀ ਤੇ ਬਹਿ ਕੇ, ਮੰਜੀ ਦੇ ਅਰਥ ਨੇ ਉੱਚਾ ਬੈਠਣਾ। ਉਦੋਂ ਮੰਜੀ ਪ੍ਰਥਾ ਚੱਲੀ ਵੀ ਜਿਹੜੇ ਸੁਣਨ ਵਾਲੇ ਉਹ ਨੀਵੇਂ ਬਹਿਣਗੇ। ਜੇ 22 ਮੰਜੀਆਂ ਜਿਹਦਾ 4 ਮੰਜੀਆਂ ਆਪਣੇ ਡੱਲੇ ਹੋਏ, ਇਹਨਾਂ ਮਹਾਰਾਜ ਨੇ ਜਿਹੜੇ ਮੰਜੀਦਾਰ ਬਣਾਏ ਸੀ, ਮੰਜੀ ਦਾ ਸੀ ਪ੍ਰਚਾਰ। ਕਿਉਂਕਿ ਪੁਰਾਣੇ ਸਮੇਂ ਦੇ ਵਿੱਚ ਨਾ ਜਦੋਂ ਪੰਚਾਇਤ ਹੁੰਦੀ ਸੀ ਨਾ, ਬਾਕੀ ਸਾਰੇ ਥੱਲੇ ਜਿਹੜੇ ਮੋਹਰੀ ਬੰਦੇ ਹੁੰਦੇ ਸੀ ਉਹਨਾਂ ਨੇ ਮੰਜੀ ਤੇ ਬਹਿਣਾ। ਤੁਸੀਂ ਪੁਰਾਣਾ ਕਿਤੇ ਪਹਿਲਾਂ ਤਾਂ ਉਦੋਂ ਫੋਟੋ ਨਹੀਂ ਸੀ ਹੁੰਦੀਆਂ, ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ ਨੇ ਰਹਿਮਤ ਕੀਤੀ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਜਦੋਂ ਕੋਈ ਵੀ ਪ੍ਰਚਾਰਕ ਜਾਂ ਕੋਈ ਆਉਂਦਾ ਸੀ ਤੇ ਉਹਨੂੰ ਮੰਜੀ ਤੇ ਬਹਾਉਂਦੇ ਸੀ। ਤੇ ਜਿਨ੍ਹਾਂ ਨੇ ਸੁਣਨਾ ਹੁੰਦਾ ਸੀ, ਤੁਹਾਨੂੰ ਇੱਕ ਸੌਖੀ ਉਦਾਹਰਨ ਦੇਵਾਂ ਤੇ ਸਭ ਤੋਂ ਪੁਰਾਣੇ ਸਮੇਂ 'ਚ ਜਦੋਂ ਟੈਲੀਵਿਜ਼ਨ ਚੱਲਿਆ, ਜਿਹਨੂੰ ਆਪਾਂ VCR ਕਹਿੰਦੇ ਸੀ, ਉਹ ਜਦੋਂ ਕਿਸੇ ਦੇ ਘਰ ਪਿੰਡ 'ਚ ਇੱਕ ਅੱਧੇ ਦੇ ਹੁੰਦਾ ਸੀ ਨਾ, ਤੇ ਉਹਨੂੰ ਮੰਜੇ ਤੇ ਰੱਖਦੇ ਸੀ। ਤੇ ਮੰਜੇ ਦੇ ਉੱਤੇ ਰੱਖ ਕੇ ਤੇ ਫਿਰ ਸਾਰਿਆਂ ਨੇ ਤੱਪੜ ਵਿਛਾ ਕੇ ਤੇ ਥੱਲੇ ਬਹਿ ਜਾਣਾ ਲਾਗੇ। ਇਸੇ ਤਰ੍ਹਾਂ ਇਹ ਮੰਜੀ ਪ੍ਰਥਾ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਚਾਰਕ ਥਾਪੇ, ਔਰ ਇੱਕ ਪ੍ਰਚਾਰਕ ਦੇ ਨਾਲ 500 ਪਿੰਡ ਜੁੜਿਆ ਸੀ। ਤੇ ਜਦੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਕਿਤੇ ਕੋਈ ਸਮਾਗਮ ਰੱਖਦੇ ਸੀ ਤੇ ਫਿਰ ਉਹ ਮੰਜੀਦਾਰ ਸੰਗਤ ਲੈ ਕੇ ਆਉਂਦੇ ਸੀ। ਤੋ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਤਰਸ ਸੀ, ਇਹ ਰਹਿਮਤ ਸੀ। ਪਰ ਇੰਨਾ ਇਹ ਕਿ ਉਦੋਂ ਪਿਆਰ ਸੀ, ਉਦੋਂ ਮੰਜੀਦਾਰਾਂ ਦੀ ਮੰਜੀ ਪੂਜੀ ਜਾਂਦੀ ਸੀ। ਅੱਜ ਜਿਹੜਾ ਮੰਜੀਦਾਰ ਉਹਦੀ ਮੰਜੀ ਪੁੱਠੀ ਕਰ ਦਿੰਦੇ, ਆਪੋ ਸਤਨਾਮ, ਇੱਦਾਂ ਹੁੰਦਾ ਨਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ, ਰਹਿਮਤ ਦੇ ਦਾਤੇ। ਮੇਰੇ ਗੁਰੂ ਨਾਨਕ ਸਾਹਿਬ ਦਾ ਇੱਕ ਸੁਪਨਾ ਸੀ ਬਾਪ ਦਾ। ਹਰ ਬਾਪ ਦਾ ਸੁਪਨਾ ਹੁੰਦਾ ਔਲਾਦ ਵਾਸਤੇ। ਮੇਰੇ ਬਾਬੇ ਦਾ ਸੁਪਨਾ ਸੀ, ਘਰ ਘਰ ਬਾਬਾ ਗਾਵੀਐ, 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 ਘਰ ਘਰ ਬਾਬਾ ਗਾਵੀਐ। ਵਜਨ ਤਾਲ ਮਿਰਦਾਂਗਰ ਬਾਬਾ, ਵਜਨ ਤਾਲ ਮਿਰਦਾਂਗਰ ਬਾਬਾ, ਵਜਨ ਤਾਲ ਮਿਰਦੰਗਰ ਬਾਬਾ, ਵਜਨ ਤਾਲ ਮਿਰਦੰਗਰ ਬਾਬਾ। ਘਰ ਘਰ ਬਾਬਾ ਗਾਵੀਐ, 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 ਘਰ ਘਰ ਬਾਬਾ ਗਾਵੀਐ। ਮਹਾਰਾਜ ਸੱਚੇ ਪਾਤਸ਼ਾਹ ਦਾ ਸੁਪਨਾ ਸੀ, ਕਹਿੰਦੇ ਘਰ ਘਰ ਚ ਗਾਇਓ। ਮੈਂ ਬਾਣੀ ਚ ਸਮਾਉਣ ਲੱਗਾ ਏ ਤੇ ਬੱਚਿਓ ਇਹ ਖਜ਼ਾਨਾ ਸਾਂਭਿਓ। ਕਿਉਂਕਿ ਜਦੋਂ ਪਿਤਾ ਕਾਲ ਚਲਾਣਾ ਕਰਦਾ ਏ ਤੇ ਜਾਇਦਾਦ ਪੁੱਤਰ ਦੀ ਹੈ, ਫਿਰ ਪੁੱਤਰ ਚਲਾਣਾ ਕਰਦਾ ਏ ਤੇ ਜਾਇਦਾਦ ਪੁੱਤਰੇ ਦੀ ਹੈ। ਪਰ ਇਹ ਜਿਹੜੀ ਜਾਇਦਾਦ ਮਹਾਰਾਜ ਦੇ ਕੇ ਗਏ ਨਾ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ ਭਇਆ ਨਿਧਾਨਾ। ਹੁਣ ਜੇ ਪਿਤਾ ਦੀ 10 ਕਿੱਲੇ ਜ਼ਮੀਨ ਹੈ ਤੇ ਬੱਚਾ ਵਰਤਣ ਲੱਗੇ ਕੀਲਾ ਕੀਲਾ ਕਰਕੇ ਤੇ ਚੀਰੋ, ਮੁੱਕ ਜੂ ਨਾ। ਪਰ ਇਹ ਇਦਾਂ ਦਾ ਖਜ਼ਾਨਾ ਮਹਾਰਾਜ ਦੇ ਗਿਆ ਵੀ ਜਿੰਨਾ ਵੰਡੋਗੇ ਓਨਾ ਵਧੂਗਾ। ਹਾਂਜੀ, ਜੇ ਮੰਨ ਲਓ ਤੁਸੀਂ ਕਿਸੇ ਨੂੰ ਇੱਕ ਜਪਜੀ ਸਾਹਿਬ ਸੁਣਾਇਆ, ਉਹਨੇ ਗਾੜੀ 5 ਨੂੰ ਸੁਣਾਇਆ, ਉਹਨੇ ਗਾੜੀ 25 ਨੂੰ, ਤੇ ਘਟਨਾ ਤਾਂ ਨਹੀਂ, ਵਧਣਾ ਹੀ ਹੈ। ਆਖੋ ਸਤਨਾਮ ਸ੍ਰੀ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਇਆ ਦੇ ਸਾਗਰ, ਰਹਿਮਤ ਦੇ ਦਾਤੇ, ਆਪ ਵਿੱਚ ਵਰਤ ਕਰਕੇ ਕਿਰਪਾ ਕਰਦੇ ਨੇ, ਦਇਆ ਕਰਦੇ ਨੇ, ਰਹਿਮਤ ਕਰਦੇ ਨੇ।
ये गुरु साहब की नदरे रहमत है, नदरे नियामत है। तो इस करके मेरे बाबे का सुपना अज दे दिन साकार होया। महाराज जी किद्दां खजाना दे के गए, उधर आपां आउणा है, थोड़ा जिहा गुर इतिहास के दर्शन करिए। सारी संगत नूं लख लख वधाई होए। जी आया। ये खजाना साँभ के रखियो क्योंकि अपना है। उदां कोई आपां नूं घड़ी छाप कोई चैनी मुंदी दवे, वो अपनी नहीं। वो उन्ना चिर है जिन्ना चिर शरीर है, उन्ना चिर पावांगे। जिदन डैथ हो गई उदन अपना नहीं। वो अगले होर दा हो जाता, क्योंकि गुरबाणी कहती खसम मरै तो नार ना रोवे, उस रखवारा इत्थे खसम आख्या बंदे नूं। मालक जिहड़ा कोठियां गड्डियां प्रॉपर्टी दा, कहते जिदन मर जांदा है ते ओदी जिहड़ी घर वाली जायदाद नूं घर वाली कहा इत्थे, कहते कदे जमीन रोंदी भी अज मैनूं ट्रैक्टर चलाउण वाला अखां मीट गया, कदे कोठी रोई भी जिन्ने कल्ला कल्ला पत्थर लाया सी अज अखां, कदे गड्डी रोंदी है भी जिन्ने मैनूं रोज़ कपड़ा मार के साफ किया। मारे कहते खसम मरै तो नार ना, क्योंकि वो कातों नहीं रोंदी, उस रखवारा ਉਹਨੂੰ ਸਾਂਭਣ वाला तो पहला बैठा। इस करके कुर्सी हुंदी एक ऑफिसर बैठा ना, ਉਹਦੀ ਵੇਟ ਵਿੱਚ चार पहले ही बैठे आ भी कदों ये उठे तो साड़ी वारी आए। इस करके महाराज ने पहले ही बाणी च कहता भी ये भुलेखे च ना बंदिया रही कि मैं जिथे नहीं उत्थे काम नहीं चलना, तू उठण वाला बन, चार बहन वाले आ। इस करके मेरे सच्चे पातशाह महाराज जी कहते उस रखवारा और होवे, ਉਹਨੂੰ ਤਾਂ ਕਿਸੇ ਹੋਰ ਸਾਂਭ ਲੈਣਾ। पर ਅੱਜ ਦੇ दिन 1604 ਨੂੰ ਕਰਮਾਂ ਵਾਲੀਆਂ ਸੰਗਤਾਂ ਜਿਨ੍ਹਾਂ ਸੱਦਾ ਪੱਤਰ ਕਬੂਲ ਕੀਤਾ ਪਹੁੰਚੇ ਹੋ, ਜਿੰਨੀ ਜੋਗੇ ਹੋ, ਜੋ ਸੰਗਤਾਂ ਪ੍ਰੇਮ ਭੇਟਾ ਲਿਆਈਆਂ, ਫੁੱਲਾਂ ਦੀ ਵਰਖਾ ਆਪਾਂ ਕਰਨੀ ਹੈ ਕਿਉਂਕਿ ਅੱਧਾ ਘੰਟਾ ਆਪਣੇ ਕੋਲ ਬਚਿਆ ਹੈ। ਇਹ ਗੁਰੂ ਪਾਤਸ਼ਾਹ ਮਹਾਰਾਜ ਦੇ ਸੋਹਲੇ ਆਪਾਂ ਗਾਉਣੇ, ਥੋੜ੍ਹੇ ਜਿਹੇ ਇਤਿਹਾਸ ਨੂੰ ਬਾਚ ਕੇ ਫਿਰ ਆਪਾਂ ਇੱਧਰੋਂ ਤੁਰ ਪੈਣਾ ਹੈ। सतगुरु सिर ते हथ रखना आप ही बुलाउण वाले हन। हर उपाय जब दर्द पावो, पर बिद संचो निज कर ल्यावो। कहंदे माता त्रिवता जी गुरु नानक साहब पातशाह महाराज दे मंजी ते बैठे, कहंदे पुत नानक मैं तेरी माँ है, मेरे नाल ते गल सांझी कर तू कोई भी। तो किसी ने सच किया, कहंदे लख होण चाचियां ताईयां मावां, जिहड़ी माँ ने जन्म दिता ना माँ होई आ। लखां मावां बंदा बना ले पर किते ना किते माँ वर्गी सीस नहीं निकलनी, इह च कोई शक नहीं। महाराज सच्चे पातशाह नूं कहंदे पुत मैं तेरी माँ है, मेरियां तू आंदरां है, मैं तेरे वास्ते दूजा जन्म लिया। एक अज वीडियो वायरल हो रही सी, छोटा जिहा बच्चे नूं जन्म दिता ते माँ मुक गई। वो बड़ा मन नूं खिच्चदी, बड़ा रस सी, पर वो जदों देखिया ना उन्होंने निक्के जे नूं नाल पाया ते मेरे ख्याल 2 बेटियां सी ते वो इदां ते कपड़ा पाया, उत्थे आके बंदे दा मान टुट जांदा भी की करदा फिरदा तू, है की है। माटी को पुत्रा कैसे नचता है, देखै देखै सुने बोले दोहरियो। बाणी कहंदी आ मिट्टी का पुतला वेख किदां की करदा फिरदा, कदे इधर नूं भजदा कदे इधर नूं भजदा, कदे इधर लाउंदा कदे इधर वजाउंदा, नाले गल भी करदा नाले ये भी कहंदा मेरा नाम भी ना आवे, नाले काम भी करन दिया अपना ते नाले पासे हो के भी गल कहंदा है भी मैं सच्चे दा मेरा तेरे नाल बहुत प्यार है। तो इस करके महाराज कहंदे माटी को पुत्रा कैसे नचता है, देखै देखै सुने बोले दोहरियो फिरदा है। तो किस करके महाराज सच्चे पातशाह दे प्यार दे विच माँ कहंदी पुत नानक मैं तेरी माँ है, मैनूं ते दस दे तैनूं की गल है, ना तू बोलदा है ना हसदा है ना खाना है ना सौना है, सारी सारी रात इदां चौंकड़ा मार के बैठा रहना है। हुण माँ नूं की पता भी ये बापू वो खजाना लैके आया जिहड़ा कदे मुकना ही नहीं। माँ भोली कहंदी पुत कमाई कर, इन्नी क कमाई कर भी तेरा विआह करिए, तेरे बच्चे आने वाले सौखा प्रसादा छकण। ओ खतरी तब करे निहार, लखन कमाऊ सह परिवार। कहंदे देख नानक आपां खतरियां दा परिवार है
ਤੇ ਖੱਤਰੀ ਬੜੇ ਸੂਮ ਹੁੰਦੇ, ਗੁਸਤਾਖੀ ਮਾਫ ਕਰਿਓ, ਕੋਈ ਵਿੱਚ ਪਿਆਰਾ ਬੈਠਾ ਆਪਣੇ ਤੇ ਨਾ ਲੈ ਲਿਓ, ਕਿਉਂਕਿ ਕਥਾ ਜਿਹੜੀ ਸਭ ਦੀ ਸਾਂਝੀ ਹੁੰਦੀ ਹੈ। ਕਿਉਂਕਿ ਜਿੱਥੇ ਸਮਝਾਉਣ ਦੀ ਗੱਲ ਆਈ ਨਾ, ਮਹਾਰਾਜ ਨੇ ਜਾਤਾਂ ਪਾਤਾਂ 'ਚੋਂ ਕੱਢਣਾ ਸਾਨੂੰ। ਹਾਂਜੀ, ਇਸ ਕਰਕੇ ਜਦੋਂ ਕਿਸੇ ਨੇ ਦਵਾਈ ਦੇਣੀ ਹੋਵੇ ਨਾ, ਉਹ ਦਵਾਈ ਭਲਾ ਕਰਦੀ, ਪਰ ਜਦੋਂ ਦਵਾਈ ਲਾਉਂਦਾ ਡਾਕਟਰ ਦਰਦ ਬੜੀ ਕਰਦੀ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਵੈਦ ਉਹ ਨੇ ਜਿਨ੍ਹਾਂ ਦੁਨੀਆ ਦੇ ਦੁੱਖ ਦੂਰ ਕਰਨੇ। ਮਾਤਾ ਤ੍ਰਿਪਤਾ ਕਹਿੰਦੀ, ਬੇਟਾ ਵੇਖ ਤੇਰੇ ਤੋਂ ਛੋਟੇ ਬੱਚੇ ਖੱਤਰੀਆਂ ਦੇ ਦੁਕਾਨ 'ਤੇ ਬੈਠੇ। ਇਸ ਤਰ੍ਹਾਂ ਇਹ ਵੀ ਬਚਨ ਯਾਦ ਆਉਂਦਾ ਵੀ ਕੋਈ ਖੱਤਰੀ ਰੋਜ਼ ਮੰਦਰ 'ਤੇ ਜਾਵੇ। ਮੈਂ ਪਹਿਲਾਂ ਕਿਹਾ ਵੀ ਐਵੇਂ ਨਾ ਸੋਚੇ ਕੋ, ਅਤੇ ਉੱਥੇ ਕਥਾ ਸੁਣਿਆ ਕਰੇ, ਸਾਡੇ ਵਾਲਾ ਹਾਲ ਹੈ। ਅਤੇ ਉਹ ਜਿਹੜਾ ਪੰਡਤ ਕਥਾ ਕਰਦਾ ਸੀ ਨਾ, ਉਹਦਾ ਬੇਟਾ ਵੀ ਗਿਆ ਕਥਾ ਸੁਣਨ। ਕਿਉਂਕਿ ਜਦੋਂ ਆਪਾਂ ਕਥਾ ਕਰਦੇ ਹਾਂ ਜਾਂ ਸੁਣਦੇ ਹਾਂ ਨਾ, ਅਤੇ ਜਿਹੜੇ ਸੱਚੇ ਸੁੱਚੇ ਇਨਸਾਨ ਕਥਾ ਸੁਣਦੇ ਜਾਂ ਖਾਸ ਕਰਕੇ ਬਾਹਰੋਂ ਜਿਹੜੇ ਲੋਕ ਆਉਂਦੇ, ਉਹ ਬੜੇ ਅੰਦਰ ਦੇ ਉੱਚੇ ਸੁੱਚੇ ਹੈ। ਪਰ ਉਹ ਜਦੋਂ ਆਪਣੇ ਨਾਲ ਵਿਚਰਦੇ ਆ ਅਤੇ ਉਹ ਵੇਖ ਕੇ ਬੜਾ ਮਹਿਸੂਸ ਕਰਦੇ ਆ ਵੀ ਦੰਦ ਹਾਥੀ ਦੇ ਖਾਣ ਵਾਲੇ ਹੋਰ ਹੈ, ਅਤੇ ਵੀ ਸਿੱਖੀ ਦੇ ਵਿੱਚ ਵਿਖਾਵਾ ਜ਼ਿਆਦਾ ਅਤੇ ਪਰ ਭਾਵਨਾ ਘੱਟ ਹੈ। ਉਹ ਪੰਡਤ ਰੋਜ਼ ਕਥਾ ਕਰਿਆ ਕਰੇ ਅਤੇ ਆਪਣੇ ਬੱਚੇ ਨੂੰ ਨਾਲ ਲੈ ਜਾਇਆ ਕਰੇ, ਚੱਲ ਕਿਤੇ ਸਿੱਧੇ ਰਸਤੇ ਲੱਗ ਜਾਊਗਾ। ਹਾਂਜੀ, ਅਤੇ ਜਦੋਂ ਉਹ ਕਥਾ ਕਰਿਆ ਕਰੇ ਅਤੇ ਇੱਕ ਦਿਨ ਨਾ ਉਹ ਕਿਤੇ ਰਿਸ਼ਤੇਦਾਰੀ 'ਚ ਗਿਆ ਅਤੇ ਆਪਣੇ ਬੱਚੇ ਨੂੰ ਕਹਿੰਦਾ ਵੀ ਅੱਜ ਦੁਕਾਨ 'ਤੇ ਬਹਿ ਜੀ। ਉਹ ਬਹਿ ਗਿਆ। ਜਦੋਂ ਦੁਕਾਨ 'ਤੇ ਬੈਠਾ ਅਤੇ ਉਹ ਬੋਰੀਆਂ ਦੇ ਬੂਹੇ ਖੁੱਲ੍ਹੇ ਸੀ, ਜਿੱਦਾਂ ਬਾਜ਼ਾਰਾਂ 'ਚ ਬਾਜਰਾ ਕਣਕ ਜੋ ਸਾਰੇ ਤੋੜੇ ਖੁੱਲ੍ਹੇ। ਅਤੇ ਉਹ ਇੱਕ ਗਊ ਆਈ ਬਾਜ਼ਾਰ 'ਚ। ਗਊ ਨੇ ਆਉਂਦਿਆਂ ਹੀ ਖਲ ਵਾਲੇ ਤੋੜੇ 'ਚ ਮੂੰਹ ਪਾਇਆ, ਅਤੇ ਉਹ ਬੱਚਾ ਬੈਠਾ ਸੀ ਦੁਕਾਨ 'ਤੇ, ਕਹਿੰਦਾ ਰਾਮ ਰਾਮ ਰਾਮ, ਵਾਹ ਮੇਰੇ ਰਾਮ ਤੂੰ ਧੰਨ ਹੈ। ਅਜੇ ਕੱਲ੍ਹ ਹੀ ਮੈਂ ਕਥਾ ਸੁਣੀ ਸੀ ਪਿਤਾ ਜੀ ਤੋਂ ਵੀ ਜਦੋਂ ਕੋਈ ਵੀ ਭੁੱਖਾ ਆਵੇ ਤੁਹਾਡੇ ਦਰ 'ਤੇ ਅਤੇ ਜਦੋਂ ਤੁਸੀਂ ਕੁਛ ਉਹਨੂੰ ਛਕਾਉਣੇ ਆ ਅਤੇ ਰੱਬ ਖੁਸ਼ ਹੁੰਦਾ। ਕਹਿੰਦਾ ਰਾਮ 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 ਰਾਮ। ਇੱਦਾਂ ਠੰਡਾ ਦਿਲ, ਅਤੇ ਉਹ ਬੋਰੀ 'ਚ ਮੂੰਹ ਪਾਇਆ, ਗਾਂ ਨੇ ਖਲ ਖਾਈ ਜਾਵੇ। ਉੱਧਰੋਂ ਆ ਗਿਆ ਮੇਰੇ ਵਰਗਾ ਉਹ ਜਿਹੜਾ ਪੰਡਤ ਕਥਾ ਵਾਲਾ, ਉਹ ਦੂਰੋਂ ਹੀ ਕਲਪਦਾ ਆਵੇ ਅਤੇ ਇੱਟ ਫੜੀ ਉਹਨੇ, ਇੱਟ ਅਤੇ ਚਲਾਵੀਂ ਮਾਰੀ ਗਾਂ ਦੀ ਧੌਣ ਦੇ ਵਿੱਚ। ਜਦੋਂ ਵੱਜੀ ਅਤੇ ਗਾਂ ਦੇ ਵਿੱਚ ਜਿਹੜੇ ਮੂੰਹ ਦੇ ਪਾਏ ਸੀ ਨਾ ਦਾਣੇ, ਉਹ ਨਾਲ ਹੀ ਡਿੱਗ ਪਏ ਅਤੇ ਭੱਜ ਗਈ। ਅਤੇ ਉਹਦੇ ਤਾਂ ਵੱਜਾ, ਅਤੇ ਜਦੋਂ ਉਹ ਜਿਹੜਾ ਬੈਠਾ ਸੀ ਕੁਰਸੀ ਦੁਕਾਨ 'ਤੇ, ਇੱਕ ਚਪੇੜ ਉਹਦੇ ਮਾਰੀ ਅਤੇ ਕੁਰਸੀ ਤੋਂ ਥੱਲੇ। ਕਹਿੰਦਾ ਤੂੰ ਅੰਨਾ ਹੈ, ਤੈਨੂੰ ਨਹੀਂ ਦਿਖਦਾ ਵੀ ਦੁਕਾਨ 'ਤੇ ਬੋਰੀ ਦੇ ਵਿੱਚ ਗਾਂ ਨੇ ਮੂੰਹ ਪਾਇਆ ਹੈ ਅਤੇ ਤੂੰ ਕੁਰਸੀ 'ਤੇ ਦੰਦੀਆਂ ਕੱਢਣ ਦਿਆਂ, ਰਾਮ ਰਾਮ ਕਰਨ ਦਿਆਂ। ਕਹਿੰਦੇ ਪਿਤਾ ਜੀ ਇੱਕ ਗੱਲ ਦੱਸਿਓ ਵੀ ਜਦੋਂ ਤੁਸੀਂ ਉੱਥੇ ਕਥਾ ਕਰਦੇ ਆ ਝੂਠ ਮਾਰਦੇ ਨੇ, ਅਤੇ ਜਿਹੜੇ ਤੁਹਾਨੂੰ ਸੁਣਦੇ ਉਹ ਵੀ ਇੱਦਾਂ ਦੀ ਹੈ। ਕਹਿੰਦੇ ਠੰਡਾ ਹੋਇਆ ਥੋੜ੍ਹਾ ਜਿਹਾ, ਕਹਿੰਦਾ ਗੱਲ ਕੀ? ਕਹਿੰਦਾ ਕੱਲ੍ਹ ਹੀ ਤੁਸੀਂ ਕਿਹਾ ਕਥਾ 'ਚ, ਮੈਂ ਵੀ ਸੁਣਦਾ ਸੀ ਉੱਥੇ ਵੀ ਜਦੋਂ ਕੋਈ ਭੁੱਖਾ ਆਉਂਦਾ ਤੁਹਾਡੇ ਦਰ 'ਤੇ, ਜਦੋਂ ਤੁਸੀਂ ਉਹਨੂੰ ਕੁਛ ਛਕਾਉਣੇ ਆ ਅਤੇ ਰਾਮ ਖੁਸ਼ ਹੁੰਦਾ। ਅਤੇ ਕਹਿੰਦੇ ਬਾਪੂ ਅੱਜ ਤਾਂ ਛੇਤੀ ਸੁਣ ਲਈ ਰੱਬ ਨੇ, ਅਜੇ ਮੈਂ ਕੱਲ੍ਹ ਹੀ ਕਥਾ ਸੁਣੀ ਅਤੇ ਅੱਜ ਗਊ ਆਈ ਅਤੇ ਮੈਂ ਛਕਾਤਾ। ਕਹਿੰਦਾ ਉੱਠ ਕੁਰਸੀ ਤੋਂ, ਜਾ ਕੇ ਘਰੇ ਭੱਜਾ। ਕਹਿੰਦਾ ਬਾਪੂ ਜਵਾਬ ਤਾਂ ਦੇ ਮੈਨੂੰ। ਕਹਿੰਦਾ ਪੁੱਤ ਇੱਦਾਂ ਕਰਨਾ ਪੈਂਦਾ ਲੋਕਾਂ ਸਾਹਮਣੇ। ਜੇ ਮੈਂ ਕਥਾ 'ਤੇ ਚੱਲਦਾ ਹੁੰਦਾ ਨਾ, ਜਿੰਨੀ ਕਥਾ ਮੈਂ ਪੜ੍ਹੀ ਅਤੇ ਸੁਣੀ ਆ, ਅੱਜ ਨੂੰ ਘਰ ਵੀ ਵਿਕ ਜਾਣਾ ਸੀ। ਕਿਉਂ? ਕਹਿੰਦਾ ਸਿਰਫ ਆਪਾਂ ਇੱਕ ਲੋਕ ਵਿਖਾਵਾ ਬਣਾਇਆ, ਅਸੀਂ ਧਰਮੀ ਆ, ਅਸੀਂ ਗੁਰੂ ਘਰ ਰੋਜ਼ ਜਾਂਦੇ ਜੀ, ਮੈਂ ਵੀ ਤੁਹਾਡੇ ਨਾਲ ਰੋਜ਼ ਕਥਾ ਕਰਦਾ, ਪੱਲੇ ਪੁੱਲੇ ਕੱਖ ਨਹੀਂ ਹੈ। ਇਸ ਕਰਕੇ ਕਹਿੰਦੇ ਵੀ ਜੇ ਮੈਂ ਪੁੱਤ ਕਥਾ ਸੱਚੀ ਮੁੱਚੀ ਮੰਨਦਾ ਨਾ, ਅਤੇ ਫਿਰ ਅੱਜ ਨੂੰ ਤੁਹਾਡੀ 40 ਕਿੱਲੇ ਨਹੀਂ ਸੀ ਹੁੰਦੀ, ਤੁਹਾਡੀ ਕੋਠੀ ਨਹੀਂ ਸੀ ਹੋਣੀ, ਤੱਪੜ ਵਿਛਾ ਕੇ ਬਹਿਣਾ ਸੀ। ਤਾਂ ਹੀ ਉਹ ਮਹਾਰਾਜ ਨੇ ਆਖਿਆ ਗੁਰ ਪੀਰਾਂ ਕੀ ਚਾਕਰੀ ਮਾਂ ਕਰੜੀ। ਇਸੇ ਗੱਲ ਤੋਂ ਤਾਂ ਜੱਬ ਪੈਂਦਾ ਵੀ ਜਦੋਂ ਗੁਰੂ ਦੀ ਸੱਚੀ ਕਥਾ ਹੁੰਦੀ ਹੈ ਅਤੇ ਫਿਰ ਔਖਾ ਹੋ ਜਾਂਦਾ ਨਾ। ਤੋ ਇਸ ਕਰਕੇ ਸਾਧ ਸੰਗਤ ਜੀ, ਮਹਾਰਾਜ ਕਹਿੰਦੇ ਭਗਤ ਭੰਡਾਰ ਗੁਰਬਾਣੀ ਲਾਲ, ਜਿਹੜਾ ਖਜ਼ਾਨਾ ਅੱਜ ਦੇ ਦਿਨ ਪ੍ਰਕਾਸ਼ ਹੋਇਆ, ਭਗਤ ਭੰਡਾਰ ਗੁਰਬਾਣੀ ਲਾਲ, ਸੁਣਤ ਗਾਵਤ ਕਮਾਵਤ ਨਿਹਾਲ। ਤਿੰਨ ਸ਼ਬਦ ਸੁਣਤ, ਸੁਣੋ, ਗਾਓ ਅਤੇ ਕਮਾਓ। ਹੁਣ ਦੋ ਆਪਾਂ ਕੰਮ ਕਰ ਦਿੰਦੇ ਸਾਰੇ, ਸੁਣਦੇ ਵੀ ਹਾਂ ਗਾਉਂਦੇ ਵੀ ਹਾਂ, ਪਰ ਜਿਹੜਾ ਤੀਜਾ ਪੇਪਰ ਹੈ ਨਾ, ਇਹ ਕਹਿੰਦਾ ਆਪਣੀ ਸ਼ੀਟ ਵਾਪਸ ਲੈ ਲਓ, ਕਮਾਇਆ ਨਹੀਂ ਜਾਣਾ। ਮੈਂ ਜਿੰਨਾ ਚਿਰ ਮੈਂ ਗੱਲਾਂ ਨਾ ਕਰਾਂ ਮੈਨੂੰ ਤਾਂ ਅਟੈਕ ਹੋ ਜਾਣਾ।
ਮੈਂ ਢਿੱਡ ਪਾੜ ਜਾਣਾ ਮੇਰਾ, ਇੰਨੀਆਂ ਜਮ੍ਹਾਂ ਹੋਈਆਂ। ਇਸ ਕਰਕੇ ਅੱਜ ਖਜ਼ਾਨਾ ਖੋਲਿਆ, ਗਾਵਤ ਸੁਣਤ ਕਮਾਵਤ ਨਿਹਾਲ। ਮਹਾਰਾਜ ਕਹਿੰਦੇ 3 ਚੀਜ਼ਾਂ ਕਰੀ ਸਿੱਖਾ, ਗਾਈ ਵੀ ਸੁਣੀ ਤੇ ਕਮਾਈ ਵੀ। ਤੇ ਬਾਬੇ ਨਾਨਕ ਨੇ ਉਹ ਖਜ਼ਾਨਾ ਇਕੱਠਾ ਕਰਨਾ। ਤੇ ਮਾਤਾ ਤ੍ਰਿਪਤਾ ਕਹਿੰਦੇ ਪੁੱਤ ਸਾਰੇ ਖੱਤਰੀਆਂ ਦੇ ਬੱਚੇ ਨਿੱਕੇ ਨਿੱਕੇ ਕੰਮ ਕਰਦੇ, ਕਮਾਊ ਹਨ। ਨਿਜ ਤਨੀਆਂ ਤੁਝ ਦੇ ਵਿਵਾਹੀ, ਸੁਜਸ ਹੋਈ ਸਭ ਲੋਕ ਨਮਾਈ। ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਕਹਿੰਦੇ ਮਾਂ ਇੱਕ ਗੱਲ ਪੁੱਛਾਂ? ਕਹਿੰਦੀ ਪੁੱਛ। ਕਹਿੰਦੇ ਮਾਂ ਜੇ ਮੈਂ ਕੰਮ ਕਰੂੰ ਪੈਸੇ ਕਮਾਊਂ ਫੇਰ ਕੀ ਕਰੋਗੇ? ਕਹਿੰਦੇ ਬੇਟਾ ਫਿਰ ਸਾਰੇ ਸਰੀਕੇ 'ਚ ਆਪਣੀ ਇੱਜ਼ਤ ਬਣੋ, ਸਾਰੇ ਆਪਾਂ ਨੂੰ ਧੰਨ ਧੰਨ ਕਹਿਣਗੇ। ਨਾਲੇ ਜਦੋਂ 4 ਪੈਸੇ ਹੋਣਗੇ ਤੇ ਫਿਰ ਕੋਈ ਸੋਹਣੀ ਜੀ ਲੜਕੀ ਵੇਖ ਕੇ ਤੇਰਾ ਵਿਆਹ ਕਰ ਦਾਂਗੇ। ਤੇ ਇਹ ਸੱਚ ਹੈ, ਜਦੋਂ ਆਪਾਂ ਰਿਸ਼ਤਾ ਕਰਦੇ ਪਹਿਲਾਂ ਸਾਰਾ ਕੁਝ ਵੇਖੀਦਾ। ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤਾਂ ਆਪ ਮਾਲਕ ਸੀ। ਜਿਸ ਮਾਇਆ ਦੀ ਗੱਲ ਮਾਤਾ ਤ੍ਰਿਪਤਾ ਜੀ ਜੋੜਨ ਦੀ ਕਰਦੇ, ਉਹ ਤਾਂ ਪਹਿਲਾਂ ਹੀ ਪ੍ਰਮਾਤਮਾ ਦੀ ਦਾਸੀ ਹੈ। ਜਿੱਦਾਂ ਕਿਤੇ ਮਾਇਆ ਨੇ ਪੁੱਛਿਆ ਭਗਵਾਨ ਨੂੰ, ਕਹਿੰਦੀ ਲੋਕੀ ਤੈਨੂੰ ਪਿਆਰ ਜ਼ਿਆਦਾ ਕਰਦੇ ਕਿ ਮੈਨੂੰ? ਰੱਬ ਕਹਿੰਦਾ ਮੈਨੂੰ ਹੀ ਕਰਦੇ, ਕਿਉਂਕਿ ਗੁਰਦੁਆਰੇ ਮੰਦਰ ਮਸੀਤਾਂ ਮਸਜਿਦ ਸਾਰੇ ਮੇਰੇ ਬਣੇ ਹੋਏ ਆ। ਪਰ ਕਹਿੰਦੀ ਨਹੀਂ, ਚੀਜ਼ ਬਣਾਉਣੀ ਹੋਰ, ਪਿਆਰ ਕਰਨਾ ਹੋਰ ਹੈ। ਕਹਿੰਦੇ ਬਣੇ ਜ਼ਰੂਰ ਹੈ ਤੇਰੇ ਗੁਰਦੁਆਰੇ ਮੰਦਰ ਮਸੀਤ, ਪਰ ਕਦੇ ਵਿੱਚ ਆਉਣ ਵਾਲਿਆਂ ਨੇ ਤੈਨੂੰ ਮੰਗਿਆ? ਆਖੋ ਵਾਹਿਗੁਰੂ। ਕਹਿੰਦੇ ਜਿੰਨੇ ਵੀ ਆਉਂਦੇ ਐ ਸਾਰੇ ਮੈਨੂੰ ਹੀ ਮੰਗਦੇ ਐ, ਤੇ ਜਿਹਨੂੰ ਮੰਗਦੇ ਪਿਆਰ ਉਹਦੇ ਨਾ ਮਾਇਆ ਦਾਸੀ ਭਗਤਾਂ ਕੀ। ਇਸ ਕਰਕੇ ਗੁਰੂ ਨਾਨਕ ਹੱਸ ਰਹੇ ਨਿਕਾ ਨਿਕਾ, ਤੇ ਮਾਂ ਤ੍ਰਿਪਤਾ ਸਮਝਾਉਂਦੇ ਹਨ। ਅਬ ਕਾਜਨ ਤੇ ਲਖੈ ਉਦਾਸ, ਮਿਲ ਕਰ ਮਨ ਜਿਕਰੈ ਉਪਹਾਸ। ਕਹਿੰਦੇ ਪੁੱਤ ਨਾਨਕ ਜਦੋਂ ਤੂੰ ਚੁੱਪ ਬਹਿਨਾ ਨਾ, ਕਮਾਈ ਨਹੀਂ ਕਰਦਾ, ਪਹਿਲਾਂ ਤੈਨੂੰ ਮੱਝਾਂ ਚਾਰਨ ਘੱਲਿਆ ਤੇ ਤੂੰ ਮੱਝਾਂ ਨਾਲ ਖੇਤ ਜਾੜਦਾ, ਫਿਰ ਤੈਨੂੰ ਖੇਤੀ ਬੀਜਣ 1.25 ਮਣ ਬੀਜ ਦਿੱਤਾ, ਤੂੰ ਉਹ ਵੀ ਖਰਾਬ ਕਰਤਾ। ਜੇ ਤੈਨੂੰ ਪੜ੍ਹਾਉਣ ਘੱਲਿਆ ਤੇ ਤੂੰ ਅੱਗੋਂ ਪਾਂਧੇ ਨੂੰ ਪੜ੍ਹਾਇਆ, ਜੇ ਤੈਨੂੰ ਮੌਲਵੀ ਕੋ ਘੱਲਿਆ ਤੇ ਮੌਲਵੀ ਪੜ੍ਹਾਤਾ, ਪੰਡਤ ਤੇ ਮੁੱਲਾਂ ਪੜ੍ਹਾਉਣੇ ਆਏ ਪੜ੍ਹ ਗਏ। ਤੋ ਇਸ ਕਰਕੇ ਪੁੱਤ ਹੁਣ ਜਦੋਂ ਲੋਕੀ ਵੇਂਦੇ ਆ ਤੇ ਮੈਨੂੰ ਟੀਚਰਾਂ ਕਰਦੇ, ਮੈਨੂੰ ਗੱਲਾਂ ਕਰਦੇ ਐ। ਗੁਰੂ ਨਾਨਕ ਸਾਹਿਬ ਕਹਿੰਦੇ ਮਾਂ ਤੈਨੂੰ ਪੁੱਤ ਪਿਆਰਾ ਕਿ ਲੋਕ? ਆਖੋ ਸਤਿਨਾਮ। ਕਹਿੰਦੇ ਮਾਂ ਕਹਿੰਦੀ ਤੂੰ ਹੀ ਪਿਆਰਾ ਏ, ਫਿਰ ਕਹਿੰਦੇ ਤੈਨੂੰ ਮੈਂ ਪਿਆਰਾ। ਕਹਿੰਦੀ ਤਾਂ ਤੇ ਕਹਿੰਦੀ ਆ ਵੀ ਜਦੋਂ ਮੇਰੀਆਂ ਦਰਾਣੀਆਂ ਜਠਾਣੀਆਂ ਸ਼ਰੀਕਾ ਭਾਈਚਾਰਾ ਗੱਲਾਂ ਕਰਦਾ ਮੇਰੇ ਤੋਂ ਜਰੀਆਂ ਨਹੀਂ ਜਾਂਦੀਆਂ, ਤਾਂ ਕਰਕੇ ਮੈਂ ਕਹਿੰਦੀ ਨਾਨਕ ਤੂੰ ਕੁਛ ਨਾ ਕੁਛ ਕਰ ਲੈ, ਜਿਹੜਾ ਕੰਮ ਕਵੇ ਮੈਂ ਤੇਰੇ ਨਾਲ ਹੈ। ਮੈਂ ਪਟਵਾਰੀ ਸਾਹਿਬ ਤੋਂ ਕਹਿ ਕੇ ਤੈਨੂੰ ਪੈਸੇ ਦਵਾ ਦਾਂਗੀ, ਤੂੰ ਦੱਸ ਕੀ ਕਰਨਾ ਹੈ। ਕਹੈ ਨਲਾਇਕ ਦਿਨ ਕੋ ਤਾਤਾ, ਕਛੂ ਨ ਕ੍ਰਿਤ ਕਰਨ ਕੀ ਗਿਆਤਾ। ਕਹਿੰਦੇ ਸਾਰੇ ਲੋਕ ਕਹਿੰਦੇ ਪਟਵਾਰੀ ਦਾ ਪੁੱਤਰ ਨਲਾਇਕ ਹੈ, ਨਿਕੰਮਾ ਹੈ, ਕਿਸੇ ਵੀ ਕੰਮ ਦਾ ਨਹੀਂ, ਉਹਨੂੰ ਤੇ ਕੋਈ ਕਿਰਤ ਨਹੀਂ ਕਰਨੀ ਆਉਂਦੀ। ਲਖੈਦਾਰ ਜੀ ਕੋ ਮਤਹੀਨਾ, ਕੋ ਭਾਕੈ ਏ ਬਲ ਤੇ ਚੀਨਾ। ਕਹਿੰਦੇ ਇਹ ਵੀ ਪੁੱਤ ਤੈਨੂੰ ਪਤਾ ਲੋਕੀ ਤੈਨੂੰ ਦਲਿੱਦਰੀ ਕਹਿੰਦੇ ਐ, ਕਹਿੰਦੇ ਦਲਿੱਦਰ ਨਾਲ ਭਰਿਆ ਹੋਇਆ ਹੈ, ਨਾ ਬੋਲਦਾ ਹੈ, ਮੰਜੀ ਤੇ ਬੈਠਾ ਰਹਿੰਦਾ ਹੈ। ਧੰਨ ਮੇਰਾ ਨਾਨਕ, ਰੱਬ ਕਿੰਨਾ ਮਸਤ ਸੀ। ਤੋ ਇਸ ਕਰਕੇ ਮਾਂ ਸਾਰਾ ਕੁਝ ਦੱਸ ਰਹੀ ਹੈ ਕਿ ਤੈਨੂੰ ਫਰਕ ਨਹੀਂ ਪੈਂਦਾ ਨਾਨਕ। ਜਦੋਂ ਲੋਕੀ ਗੱਲਾਂ ਬਾਤਾਂ ਕਰਦੇ ਮੈਨੂੰ ਤਾਂ ਨੀਂਦ ਨਹੀਂ ਆਉਂਦੀ ਕਿ ਮੇਰਾ ਇੰਨਾ ਸੋਹਣਾ ਇਕੱਲਾ ਪੁੱਤ। ਲੋਕੀ ਗੱਲਾਂ ਬਹੁਤ ਕਰਦੇ, ਕੋਈ ਕਹਿੰਦਾ ਦਲਿੱਦਰੀ ਹੈ, ਕੋਈ ਕਹਿੰਦਾ ਇਹ ਨਿਕੰਮਾ ਹੈ, ਕੋਈ ਕਹਿੰਦਾ ਇਹ ਨਲਾਇਕ ਹੈ, ਕੋਈ ਕਹਿੰਦਾ ਸ਼ਕਤੀਹੀਣ ਹੈ, ਕੋ ਭਾਖ ਹੈ ਇਹ ਬਲ ਕੋ ਸ਼ੀਨਾ, ਕੋਈ ਕਹਿੰਦੇ ਹੈ ਨਹੀਂ ਇਹਦੇ ਕੋਲ ਕੁਛ, ਇਹਦੇ ਪੱਲੇ ਨਹੀਂ ਕੁਛ ਹੈਗਾ। ਤੋ ਇਸ ਤਰ੍ਹਾਂ ਕਰਕੇ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਉਹ ਕਹਿੰਦੇ ਹੁੰਦੇ ਸੀ, ਸੰਗਤੇ ਦੁਨੀਆ ਦੇ ਪਿੱਛੇ ਲੱਗ ਕੇ ਦੀਨ ਨਾ ਗਵਾਇਓ, ਕਿਉਂਕਿ ਜਿੱਦਣ ਆਪਾਂ ਅੱਖਾਂ ਮੀਟੀਆਂ ਲੋਕਾਂ ਨੇ ਮੜੀਆਂ ਤੱਕ ਜਾਣਾ, ਅੱਗੇ ਨਹੀਂ ਜਾਣਾ। ਪਰ ਜਿਹੜੇ ਮਾਲਕ ਨਾਲ ਤੁਸੀਂ ਜੁੜੇ ਨਾ ਇਸ ਵੇਲੇ, ਇਹਨੇ ਅੱਗੇ ਤੱਕ ਜਾਣਾ। ਜਹ ਮਾਤ ਪਿਤਾ ਸੁਤ ਮਨੂਹਾ ਨਾਮ ਤੇਰਾ
ਸੰਤ ਸਭ ਇਸ ਕਰਕੇ ਮਾਰੇ ਸੱਚੇ ਪਾਤਸ਼ਾਹ ਮਹਾਂਪੁਰਖ ਕਹਿੰਦੇ ਦੁਨੀਆ ਖੱਚਰ ਹੈ, ਪਿੱਛੋਂ ਦੀ ਲੰਘੋ ਤੇ ਦਲੱਤਾ ਮਾਰਦੀ ਹੈ, ਅੱਗੋਂ ਦੀ ਲੰਘੋ ਤੇ ਦੰਦੀ ਵੜਦੀ ਹੈ। ਇਹਨੂੰ ਕਿਸੇ ਨੇ ਖੁਸ਼ ਨਹੀਂ ਕਰਨਾ ਤੇ ਨਾ ਇਹਨੇ ਹੋਣਾ ਹੈ। ਇਸ ਕਰਕੇ ਆਪਣੀ ਮਟਕ ਦੀ ਚਾਲ ਚੱਲੋ, ਚੁੱਪ ਕਰਕੇ ਪਿਆਰੇ ਦੇ ਘਰ ਵੱਲ। ਵਜਰ ਸਮਾਨ ਬਚਨ ਉਪਹਾਸੂ ਕਹੈ ਸ਼ਰੀਕ ਈਰ ਕਾ ਜਾਸੂ। ਕਹਿੰਦੇ ਜਿਹੜੇ ਆਪਣੇ ਸ਼ਰੀਕ ਆ ਨਾ ਨਾਨਕ ਜੀ, ਉਹ ਬਹੁਤ ਗੱਲਾਂ ਬਣਾਈ ਜਾਂਦੇ ਆ ਤੇ ਤੇਰੇ ਬਾਪ ਦੀ ਇੱਜ਼ਤ ਬੜੀ ਹੈ, ਪਟਵਾਰੀ ਹੈ ਮੌਕੇ ਦਾ, ਤੇ ਲੋਕੀ ਉਹਨੂੰ ਮੱਥਾ ਟੇਕਦੇ, ਸਿਰ ਝੁਕਾਉਂਦੇ, ਪਟਵਾਰੀ ਸਾਹਿਬ ਹੁੰਦੀ ਆ। ਤੇ ਪੁੱਤ ਨਾਨਕ ਤੂੰ ਇਦਾਂ ਨਾ ਕਰ, ਆਪਣੀ ਇੱਜ਼ਤ ਰੁਲ ਜੂਗੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਂ ਫਿਰ ਕੀ ਹੁੰਦਾ? ਕਹਿੰਦੇ ਪੁੱਤ ਇੱਜ਼ਤ ਰੁਲ ਜੂ। ਕਹਿੰਦੇ ਮਾਂ ਕਿਹੜੀ ਇੱਜ਼ਤ ਦੀ ਗੱਲ ਕਰਦੀ ਹੈ, ਕਿਹੜੀ ਇੱਜ਼ਤ ਨੂੰ ਰੋਨੇ ਆ? ਲੋਕਾਂ ਦੀ 4 ਦਿਨਾਂ ਦੀ ਵਡਿਆਈ ਮਾਇਆ ਦੀ ਸੋਭਾ ਏ, ਇੱਜ਼ਤ ਤਾਂ ਦਰਗਾਹ 'ਚ ਹੋਣੀ ਆ ਤੇ ਬੇਇੱਜ਼ਤੀ ਵੀ ਦਰਗਾਹ 'ਚ ਹੋਣੀ। ਕਿਉਂਕਿ ਇੱਥੇ ਤੇ ਆਪਾਂ ਗੱਲਾਂ ਗੁੱਲਾਂ ਨੇ ਗੱਲ, ਅਸਲ ਵਿੱਚ ਜਦੋਂ ਉੱਥੇ ਰੂਹ ਨੇ ਤੜਫਣਾ, ਤੱਤਿਆਂ ਥੰਮਾਂ ਨੂੰ ਜੱਫੀਆਂ ਪੈਣੀਆਂ, ਕੜਾਹਿਆਂ 'ਚ ਤਲਣਾ, ਉੱਥੇ ਬੇਇੱਜ਼ਤੀ ਆ। ਤੇ ਇੱਜ਼ਤ ਉਹਨਾਂ ਦੀ ਜਿੱਦਾਂ ਤੁਸੀਂ ਚੌਂਕੜੇ ਮਾਰੇ ਸਵੇਰੇ ਸ਼ਾਮ ਭਾਵਨਾ ਨਾ। ਮਹਾਰਾਜ ਕਹਿੰਦੇ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ। ਤੁਹਾਡਾ ਜਨਮ ਸਫਲਾ ਹੁੰਦਿਆ। ਤੇ ਜਿੱਦਣ ਤੁਸੀਂ ਅੱਖਾਂ ਮੀਟੀਆਂ, ਮੈਂ ਨਹੀਂ ਕਹਿੰਦਾ, ਮੈਂ ਤਾਂ ਆਪ ਪਾਪੀ ਐ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿੱਦਣ ਤੁਸੀਂ ਜਾਓਗੇ ਨਾ, ਪਰ ਗੁਰਮੁਖ ਹੋ, ਮਨਮੁਖ ਨਹੀਂ। ਦਰਗਾਹ 'ਚ ਤੁਹਾਨੂੰ ਫੁੱਲਾਂ ਦੇ ਹਾਰ ਪੈਣੇ, ਇੱਜ਼ਤ ਮਿਲਣੀ। ਰੇ ਦਰਗਾਹ ਕਹੇ ਨਾ ਕਹੂ ਆਓ ਬੈਠ ਆਦਰ ਸ਼ੁਭ ਦੇਉ। ਇਸ ਕਰਕੇ ਉੱਥੇ ਬੜਾ ਸਤਿਕਾਰ ਮਿਲਦਾ ਹੈ। ਹਮ ਉਰ ਜਰੇ ਜਾਏ ਸੋ ਕੈਸੇ ਦੁਖੈ ਬਦਲ ਟਿਗ ਰੰਭਾ ਜੈਸੇ। ਇਹ ਕਹਿੰਦੇ ਨਾਨਕ ਜੀ ਮਾਂ ਕੀ ਹੁੰਦਾ ਫਿਰ? ਕਹਿੰਦੇ ਪੁੱਤ ਜਦੋਂ ਲੋਕੀ ਬੋਲ ਮਾਰਦੇ ਨਾ ਤੇ ਮੇਰੇ ਹਿਰਦੇ 'ਚ ਦੁੱਖ ਲੱਗਦਾ ਤੇ ਮੇਰੀ ਹਾਲਤ ਇਦਾਂ ਦੀ ਹੋ ਜਾਂਦੀ ਜਿਵੇਂ ਕੇਲੇ ਦੇ ਕੋਲ ਬੇਰੀ ਹੋਵੇ। ਕਿੱਡੀ ਵੱਡੀ ਉਦਾਹਰਨ ਦਿੱਤੀ ਭਾਈ ਸਾਹਿਬ। ਕਹਿੰਦੇ ਦੁੱਖ ਹੈ ਬਦਰ ਟਿਗ ਰੰਭਾ ਜੈਸੇ। ਕਹਿੰਦੇ ਜਿੱਦਾਂ ਕਬੀਰ ਸਾਹਿਬ ਦਾ ਵੀ ਸ਼ਲੋਕ ਹੈ ਇੱਕ। ਕਬੀਰ ਸਾਹਿਬ ਜੀ ਨਾ ਤੁਰੇ ਜਾ ਰਹੇ ਤੇ ਕੋਈ ਮਨੁੱਖ ਬੂਟੇ ਲਾ ਰਿਹਾ, ਬੂਟੇ, ਤੇ ਕਬੀਰ ਸਾਹਿਬ ਵੀ ਜਾ ਰਹੇ। ਸਾਰੇ ਲੋਕੀ ਕਹਿੰਦੇ ਬਹੁਤ ਸੋਹਣਾ, ਬੂਟੇ ਲਾਉਣੇ ਵਧੀਆ ਗੱਲ ਹੈ, ਸਾਰੇ ਧੰਨਵਾਦ ਕਰਦੇ। ਤੇ ਕਬੀਰ ਸਾਹਿਬ ਕਹਿੰਦੇ ਤੂੰ ਗਲਤ ਹੈ। ਉਹ ਕਹਿੰਦਾ ਜਾ ਕੰਮ ਕਰ ਜਾ ਕੇ, ਸਾਰੇ ਮੈਨੂੰ ਕਹਿੰਦੇ ਸਹੀ ਹੈ। ਕਬੀਰ ਸਾਹਿਬ ਕਹਿੰਦੇ ਤੂੰ ਗਲਤ ਹੈ। ਕਹਿੰਦਾ ਬੂਟੇ ਲਾਉਣੇ ਗਲਤ ਹੈ, ਬੂਟਾ ਲਾਉਣਾ ਗਲਤ ਹੈ। ਕਹਿੰਦਾ ਬਾਬਾ ਕਬੀਰ ਬੂਟਾ ਲਾਉਣਾ ਗਲਤ ਨਹੀਂ, ਬੂਟਾ ਲਾਉਣ ਦਾ ਤਰੀਕਾ ਗਲਤ ਹੈ। ਬੂਟਾ ਲਾਉਣਾ ਗਲਤ ਨਹੀਂ, ਬੂਟਾ ਕਹਿੰਦੇ ਉਹ ਕਿੱਦਾਂ? ਕਹਿੰਦੇ ਭਲਿਆ ਮਾਨਸਾ ਤੂੰ ਲਾਗੇ ਬੇਰੀ ਬੀਜਤੀ, ਲਾਗੇ ਕੇਲਾ, ਬੂਟਾ ਤੇ ਲੱਗ ਗਿਆ, ਪਰ ਜਦੋਂ ਜਵਾਨ ਹੋਇਆ ਨਾ ਰਿਜ਼ਲਟ ਉਦੋਂ ਆਉਣਾ। ਕਹਿੰਦੇ ਉਹ ਕੀ? ਕਹਿੰਦੇ ਜਦੋਂ ਕੇਲਾ ਵੀ ਜਵਾਨ ਹੋ ਗਿਆ ਤੇ ਬੇਰੀ, ਤੇ ਕਿਤੇ ਬੱਦਲ ਚੜਿਆ, ਹਨੇਰੀ ਆਈ ਤੇ ਬੇਰੀ ਦੇ ਕੰਡਿਆਂ ਨੇ ਕੇਲੇ ਨੂੰ ਲੀਰਾਂ ਕਰ ਦੇਣਾ। ਕਹਿੰਦਾ ਬਾਬਾ ਤੂੰ ਧੰਨ ਹੈ। ਫਿਰ ਬਾਬਾ ਜੀ ਨੇ ਸ਼ਲੋਕ ਹੀ ਉਚਾਰਤਾ, ਨਾਲ ਹੀ ਗੁਰਬਾਣੀ ਇੱਦਾਂ ਹੀ ਆਈ ਅੰਦਰੋਂ ਹੀ। ਮਹਾਰਾਜ ਬਾਬਾ ਕਬੀਰ ਸਾਹਿਬ ਕਹਿੰਦੇ ਮਾਰੀ ਮਰੋ ਕੁਸੰਗ ਕੀ। ਕਈ ਵਾਰੀ ਕੋਈ ਬੰਦਾ ਚੰਗਾ ਹੋਵੇ ਨਾ ਤੇ ਮਾੜੇ ਦੀ ਸੰਗਤ ਕਰ ਲੈ, ਮਾਂਜਿਆ ਜਾਂਦਾ ਹੁੰਦਾ ਨਾ ਇੱਦਾਂ। ਤੇ ਕਬੀਰ ਸਾਹਿਬ ਜੀ ਕਹਿੰਦੇ ਮਾਰੀ ਮਰੋ ਕੁਸੰਗ ਕੀ, ਕੇਲੇ ਨਿਕਟ ਜੋ। ਕਹਿੰਦੇ ਕੇਲੇ ਦੇ ਲਾਗੇ ਬੇਰੀ ਬੀਜੋਗੇ, ਦੋਵੇਂ ਫਲ ਵਾਲੇ ਆ, ਪਰ ਜਦੋਂ ਕਿਤੇ ਹਨੇਰੀ ਚੱਲ ਪਈ ਵਿਕਾਰਾਂ ਦੀ ਤੇ ਬੇਰੀ ਨੇ ਕੇਲੇ ਦੀ ਡੰਡ ਲਾ ਦੇਣੀ। ਹੁਣ ਇਸੇ ਤਰ੍ਹਾਂ ਮਾਰੇ ਇਸ ਸ਼ਲੋਕ 'ਚ ਸਮਝਾਉਂਦੇ ਆ ਵੀ ਆਪਾਂ ਕੀ ਕਰਦੇ ਆ, ਨਾਲ ਸੇਵਾ ਵੀ ਕਰੀ ਜਾਂਦੇ, ਨਾਲ ਸਿਮਰਨ ਵੀ ਕਰੀ ਜਾਂਦੇ, ਦਾਨ ਪੁੰਨ ਵੀ ਕਰੀ ਜਾਂਦੇ ਆ, ਤੇ ਨਾਲ ਹਾਂਜੀ ਤੁਹਾਡੇ ਮੂੰਹ 'ਚ ਬੜਾ ਫੱਬਿਆ ਅੱਜ ਕਿਉਂਕਿ ਸਰੋਤੇ ਆ ਨਾ, ਮੈਂ ਕਹਾਂ ਤੇ ਫਿਰ ਔਖਾ ਜਿਹਾ ਹੋ ਜਾਂਦਾ ਹੈ ਨਾ। ਤੇ ਇਸ ਕਰਕੇ ਕਹਿੰਦੇ ਵੀ ਆਪਾਂ ਕੇਲਾ ਵੀ ਬੀਜ ਦਿੰਦੇ ਤੇ ਨਾਲ ਹੀ ਬੇਰੀ ਵੀ ਬੀਜ ਦਿੰਦੇ ਆ। ਵੀ ਜਿੱਦਾਂ ਕਈ ਕਹਿਣਗੇ ਨਾ, ਮੈਂ ਸ਼ਾਮੀ ਕਿਹਾ ਵੀ ਆਪਾਂ ਸੇਵਾ ਕਰਨੀ, ਕਹਿੰਦੇ ਬਾਬਾ ਜੀ ਹੁਣ ਤੇ ਪੈਗ ਲੱਗ ਗਿਆ ਹੈ ਨਾ, ਸਵੇਰੇ ਆਵਾਂਗੇ। ਤੇ ਮੈਂ ਕਿਹਾ ਵੀ ਸਵੇਰੇ ਮਤਲਬ ਕਿੱਦਾਂ? ਕਹਿੰਦੇ ਵੀ ਸਵੇਰੇ ਨਹਾ ਧੋ ਕੇ ਆਵਾਂਗੇ ਹੈ ਨਾ। ਹੁਣ ਉੱਥੇ ਕੀ ਬਣਦਾ ਹੈ ਕਿ ਅੰਦਰ ਕਿੱਦਾਂ ਧੋਵੋਗੇ? ਸ਼ਰਾਬ ਕਿੱਥੇ ਗਈ? ਅੰਦਰ ਗਈ ਨਾ। ਤੇ ਧੋਤਾ ਕੀ?
ਤਣ, ਮੈਂ ਨਹੀਂ ਕਹਿੰਦਾ, ਗੁਰੂ ਗ੍ਰੰਥ ਸਾਹਿਬ ਦੇ ਵਜ਼ੀਰ ਬਾਪੂ ਜੀ ਬੈਠੇ ਮਾਰੇ ਕਹਿੰਦੇ ਤਣ ਧੋਤੇ ਮਨ ਅੱਛਾ ਨਾ ਹੋਏ, ਕਹਿੰਦੇ ਡਰਿੰਕ ਅੰਦਰ ਗਈ ਹੈ, ਸਵੇਰੇ ਸਾਬਣ ਉਤਲੇ ਚੰਮ ਤੇ ਲਾਇਆ, ਮੂੰਹ ਧੋਤਾ, ਅੰਦਰ ਕਿਸ ਤਰ੍ਹਾਂ ਧੋਏਗਾ। ਰਾਤੀ ਕਹਿੰਦਾ ਸੀ ਹੁਣ ਨਹੀਂ ਆਉਣ ਵਾਲੇ। ਇਹ ਕਿਤੇ ਨਾ ਕਿਤੇ ਬੰਦਾ ਗਲਤੀ ਕਰਦਾ ਹੈ, ਨਾਲ ਨਾਲ ਸੇਵਾ ਵੀ ਕਰਨ ਦਿਆ, ਸਿਮਰਨ ਵੀ ਕਰਨ ਦਿਆ, ਪੁੰਨਦਾਨ ਵੀ, ਤੇ ਨਾਲ ਨਾਲ ਬੇਰੀ ਵੀ ਬੀਜੀ ਜਾਂਦਾ। ਉਹ ਫਿਰ ਜਦੋਂ ਦੋਵੇਂ ਚੀਜ਼ਾਂ ਦਰਗਾਹ 'ਚ ਜਾ ਕੇ ਜਵਾਨ ਹੋਣੀਆਂ ਤੇ ਬੇਰੀ ਨੇ ਜਿੱਤ ਜਾਣਾ, ਕਿਉਂਕਿ ਬੇਰੀ ਦੇ ਕੋਲ ਕੰਡੇ ਅੱਜ ਵੀ ਦੁਨੀਆ ਦੇ ਵਿੱਚ, ਕੇਲਾ ਫਲ ਬਹੁਤ ਵਧੀਆ ਹੈ, ਬਹੁਤ ਤੱਤ ਨੇ ਕੇਲੇ ਦੇ ਵਿੱਚ, ਬਹੁਤ ਉਹਦੀ ਕੀਮਤ ਹੈ। ਪਰ ਜਿਹੜੀ ਬੇਰੀ ਦੇ ਕੰਡੇ ਆ, ਜਦੋਂ ਫਿਰ ਦੁਨੀਆ ਦੇ ਵਿੱਚ ਦੋਵੇਂ ਚੀਜ਼ਾਂ ਭਿੜਦੀਆਂ ਤੇ ਜਿੱਤ ਬੇਰੀ ਦੀ ਹੁੰਦੀ। ਤੁਹਾਨੂੰ ਪਤਾ, ਭਾਵੇਂ ਉਹਦੇ ਕੋਲ ਕੰਡੇ, ਅੱਜ ਦੁਨੀਆ ਦਾ ਸਿਧਾਂਤ ਇੱਦਾਂ ਦਾ ਏ, ਜਿਹੜਾ ਬੰਦਾ ਸੱਚਾ ਸੁੱਚਾ ਨਾ ਉਹ ਚੀਰਿਆ ਜਾਂਦਾ। ਗੁਰੂ ਅਰਜਨ ਸਾਹਿਬ ਸੱਚੇ ਸੁੱਚੇ ਸੀ, ਤਵੀ ਤੇ ਬਹਿ ਗਏ। ਭਾਈ ਮਤੀ ਦਾਸ ਨੇ ਕੀ ਗੁਨਾਹ ਕੀਤਾ ਸੀ, 2 ਟੋਟੇ ਕਰਤੇ। ਭਾਈ ਦਿੱਲੀ 'ਚ ਉਸ ਵਕਤ ਰੌਲਾ ਪਿਆ, ਕਹਿੰਦੇ ਵੇਖੋ ਰੱਬ ਦੀ ਬੰਦਗੀ ਵਾਲੇ ਚੀਰੇ ਗਏ ਤੇ ਜਿਹੜੇ ਪਾਪ ਕਰਨ ਵਾਲੇ ਉਹ ਨਾਰੇ ਲਾਉਂਦਾ। ਤੇ ਅੱਜ ਵੀ ਇਦਾਂ ਹੀ ਹੁੰਦਾ, ਜਿਹੜਾ ਧਰਮੀ ਬੰਦਾ ਉਹ ਚੀਰਿਆ ਜਾਂਦਾ ਤੇ ਕੰਡਿਆਂ ਦੀ ਜਿੱਤ ਹੋ ਜਾਂਦੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ, ਤੁਸੀਂ 50 ਬੂਟੇ ਕੇਲਿਆਂ ਦੇ ਲਾ ਦਿਓ, ਪਰ ਬੇਰੀ ਨੇ ਜਿੱਤਣਾ ਹੀ ਜਿੱਤਣਾ ਹੈ, ਕਿਉਂਕਿ ਬੇਰੀ ਦੇ ਕੋਲ ਕੰਡੇ ਆ, ਤੇ ਜਿਨ੍ਹਾਂ ਦੇ ਅੰਦਰ ਭਾਵਨਾ 'ਚ ਕੰਡੇ ਉਹਨਾਂ ਨੇ ਚੀਰਨਾ ਤੇ ਹੈਗਾ ਹੀ ਹੈ। ਕਿਉਂਕਿ ਬਾਬਾ ਫਰੀਦ ਸਾਹਿਬ ਮੁਲਤਾਨ 'ਚ ਬਾਜ਼ਾਰ 'ਚ ਤੁਰੇ ਜਾਣ, ਇੱਕ ਕੱਪੜਾ ਕੱਟੀ ਜਾਵੇ ਕੈਂਚੀਆਂ ਨਾਲ, ਦੇ ਕੈਂਚੀ ਤੇ ਨਾਲ ਉਹਦੇ ਇੱਕ ਸੀਵੇ, ਤੇ ਬਾਬਾ ਫਰੀਦ ਸਾਹਿਬ ਕਹਿੰਦੇ ਤੇਰੀ ਕਿੰਨੀ ਤਨਖਾਹ? ਕਹਿੰਦਾ ਜੀ 1 ਟਕਾ। ਸੀਣ ਵਾਲੇ ਨੂੰ ਕਹਿੰਦੇ ਤੇਰੀ ਕਿੰਨੀ? ਕਹਿੰਦਾ 1 ਟਕਾ। ਤੇ ਬਾਬਾ ਫਰੀਦ ਸਾਹਿਬ ਨੇ ਜੇਬ 'ਚੋਂ ਸੂਈ ਧਾਗਾ ਕੱਢਿਆ, ਕਹਿੰਦੇ ਕੈਂਚੀ ਮੈਨੂੰ ਦੇ ਦੇ। ਕਹਿੰਦੇ ਜੀ ਕਿਉਂ? ਕਹਿੰਦੇ ਤਨਖਾਹ ਦੋਵਾਂ ਦੀ ਇੱਕੋ ਜਿੰਨੀ ਹੈ, ਪਰ ਜਿੱਦਣ ਰੱਬ ਦੀ ਦਰਗਾਹ 'ਚ ਜਾਣਾ, ਜਿਹੜੇ ਜੋੜਨ ਵਾਲੇ ਉਹਨਾਂ ਦਾ ਮੁੱਲ ਪੈਣਾ, ਕੱਟਣ ਵਾਲਿਆਂ ਨੂੰ ਦੋਜ਼ਖ ਮਿਲਣਾ। ਇਸ ਕਰਕੇ ਪੁੱਤ ਕਦੇ ਵੀ ਜ਼ਿੰਦਗੀ 'ਚ ਕਿਸੇ ਨੂੰ ਤੋੜਨ ਦਾ ਤੇ ਕੱਟਣ ਦਾ ਯਤਨ ਨਾ ਕਰਿਓ, ਜੋੜਨ ਦਾ ਕਰਿਓ। ਤੋ ਇਸ ਕਰਕੇ ਦੁਨਿਆਵੀ ਤੌਰ ਤੇ ਬੇਰੀ ਦੀ ਜਿੱਤ ਹੁੰਦੀ ਹੈ, ਪਰ ਦਰਗਾਹ 'ਚ ਕੇਲਾ ਪ੍ਰਮਾਣ ਹੋ ਜਾਣਾ, ਕਿਉਂਕਿ ਉਹਨੇ ਆਪਣਾ ਆਪ ਚੀਰ ਕੇ ਵੀ ਕਿਸੇ ਦੇ ਮੂੰਹ 'ਚ ਠੰਡ ਪਾਤੀ ਨਾ। ਤੋ ਇਸ ਕਰਕੇ ਮਾਤਾ ਤ੍ਰਿਪਤਾ ਜੀ ਨੇ ਉਦਾਹਰਨ ਦਿੱਤੀ, ਕਹਿੰਦੇ ਦੁੱਖ ਹੈ ਬਦਰ ਟਿਗ ਰੰਬਾ ਜੈਸੇ। ਕਹਿੰਦੇ ਨਾਨਕ ਤੇਰੇ ਪਿਤਾ ਮਹਿਤਾ ਕਲਿਆਣ ਦਾਸ ਪਟਵਾਰੀ ਨੇ ਇੱਜ਼ਤ ਕਮਾਈ, ਪੂਰੀ ਰਾਏ ਭੋਏ ਦੀ ਤਲਵੰਡੀ ਉਹਦਾ ਪਾਣੀ ਭਰਦੀ ਹੈ, ਪਰ ਪੁੱਤ ਤੇਰੇ ਵੱਲ ਵੇਖ ਕੇ ਮੈਨੂੰ ਲੱਗਦਾ ਵੀ ਕੇਲੇ ਨਾ ਬੇਰੀ ਹੈ। ਹੁਣ ਬੇਰੀ ਕਿਹਨੂੰ ਆਖਿਆ? ਨਾਨਕ ਜੀ ਨੂੰ, ਕਿਉਂਕਿ ਉਹ ਕਹਿੰਦੇ ਤੁਹਾਡੇ ਕਰਕੇ ਬਦਨਾਮੀ ਹੁੰਦੀ ਸਾਡੀ, ਤੇ ਪੁੱਤ ਤੇਰਾ ਪਿਓ ਮੇਰੇ ਨਾਲ ਵੀ ਬੋਲਣੋਂ ਹਟ ਗਿਆ, ਰੋਟੀ ਵੀ ਨਹੀਂ ਖਾਂਦਾ, ਚੁੱਪ ਕੀਤਾ ਰਹਿੰਦਾ ਏ, ਤੇ ਮੈਂ ਮਾਂ ਏ, ਮੈਨੂੰ ਦੁੱਖ ਆਉਂਦਾ ਏ ਵੀ ਜਦੋਂ ਮੇਰਾ ਜੀਵਨ ਸਾਥੀ ਬੋਲੇ ਨਾ, ਜਿਹੜੇ ਪਿਆਰ ਕਰਦੇ, ਤੇ ਨਾਨਕ ਤੂੰ ਅੱਜ ਮੈਂ ਇਕੱਲੀ, ਤੈਨੂੰ ਤਾਈਓ ਸਮਝਾਉਂਦੀ, ਤੂੰ ਮੇਰੇ ਆਖੇ ਲੱਗ ਜਾ। ਪਰ ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਾਂ ਤੂੰ ਸਮਝ ਨਹੀਂ ਸਕਦੀ, ਤੂੰ ਕਿਹੜੀ ਇੱਜ਼ਤ ਨੂੰ ਰੋਨੀ? ਮਹਿਤਾ ਕਲਿਆਣ ਚੰਦ ਦੀ ਉਮਰ 70-80 ਸਾਲ ਹੈ, ਇਸ ਇੱਜ਼ਤ ਬਦਲੇ ਦਰਗਾਹੀ ਇੱਜ਼ਤ ਗਵਾ ਲਈ ਹੈ। ਤੂੰ ਲੋਕਾਂ ਦੀ ਗੱਲ ਕਰਦੀ, ਇਹਨਾਂ ਲੋਕਾਂ ਨੇ ਲੱਕੜਾਂ ਫੜਾਉਣੀਆਂ ਹੀ, ਆਖੋ ਵਾਹਿਗੁਰੂ। ਇਹ ਜਿੰਨੇ ਵੀ ਦੁਨੀਆਦਾਰ ਨੇ, ਇਹਨਾਂ ਨੇ ਲਾਗਿਓਂ ਬਾਲਣ ਫੜਾਉਣਾ, ਲੱਕੜਾਂ ਫੜਾਉਣੀਆਂ, ਸਮੱਗਰੀ ਫੜਾਉਣੀ ਤੇ ਡੱਬੀ ਫੜਾਉਣੀ। ਇੱਦਾਂ ਹੀ ਹੁੰਦਾ ਜਦੋਂ ਆਪਾਂ ਜਾਣਾ ਦੁਨੀਆ ਤੋਂ। ਕੋਈ ਐਸਾ ਹੈਗਾ ਜਿਹੜਾ ਅੱਗੇ ਹੋ ਕੇ ਕਵੇ ਕਿ ਇਸ ਰੂਹ ਨੂੰ ਮੈਂ ਸੱਚਖੰਡ ਭੇਜਾਂ? ਨਹੀਂ ਕਹਿਣਾ ਕਿਸੇ ਨੇ। ਇਸ ਕਰਕੇ ਮਹਾਰਾਜ ਕਹਿੰਦੇ ਦੀਨ ਗਵਾਇਆ ਦੁਨੀ, ਤਾਂ ਹੀ ਤਾਂ ਵਿਦਵਾਨ ਕਹਿੰਦਾ ਵੀ ਰੋਇਆ ਰੁੱਖ, ਰੋਇਆ ਰੁੱਖ ਕਹਾੜੇ 'ਚ ਵੇਖ ਦਸਤਾ, ਟੱਕ ਜੜਾਂ ਤੇ ਲਾਇਆ ਤੇ ਆਪਣੇ ਨੇ, ਬੁਲਬੁਲ ਰੋਪੀ ਮਾਲੀ ਹੱਥ ਵੇਖ ਸੂਈ, ਛੇਕ ਫੁੱਲਾਂ 'ਚ ਪਾਇਆ ਤੇ ਬੁਲਬੁਲ ਕਹਿੰਦੀ ਮੈਂ ਵੇਖਿਆ ਹੱਥੀਂ ਬੂਟੇ ਲਾਏ, ਹੱਥੀਂ ਗੋਡੀਆਂ ਕੀਤੀਆਂ, ਹੱਥੀਂ ਸਪਰੇਆਂ ਕੀਤੀਆਂ, ਤੇ ਜਦੋਂ ਫੁੱਲ ਖਿੜਿਆ ਤੇ ਮਾਇਆ ਦੇ ਲਾਲਚ ਨੂੰ ਤੋੜ ਕੇ ਸੂਈ 'ਚ ਨਗਾਦਾ। ਇਹ ਦੁਨੀਆ ਦੀ ਫਿਦਰਤ ਹੈ। ਪਹਿਲਾਂ ਦੁਨੀਆ ਬੂਟਾ ਲਾਉਂਦੀ ਹੈ, ਉਹਨੂੰ ਪਾਲਦੀ ਸਭ ਕੁਝ, ਤੇ ਮੁੜ ਕੇ ਹਾਰੀ ਵੀ ਆਪ ਹੀ ਫੇਰਦੇ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੁਰਦਾ ਰੋਪਿਆ ਦਗੇ ਦੀ ਵੇਖ ਦੁਨੀਆ, ਹੋ ਲਾਂਬੂ ਚਿਖਾ ਨੂੰ ਲਾਇਆ। ਕਹਿੰਦੇ ਪਿਓ ਉਦੋਂ ਰੋਂਦਾ ਜਦੋਂ ਵੱਡਾ ਪੁੱਤ ਅੱਗ ਲਾਉਂਦਾ। ਉਹ ਕਹਿੰਦਾ ਮੈਂ ਕਦੇ ਗੁਰਦੁਆਰੇ ਨਹੀਂ ਗਿਆ ਓਏ,
मैं कदे कथा नहीं सुनी कीर्तन, मैं तुहाडा घर बनाउंदा रहा, तुहाडा घर बनाउंदा, अज तुसीं मैनूं आप ही साड़ देण लगे। तुहाडी 40 किले 20 किले 5 किले कोठी 5 लाख जमा 2 लाख, ये खजाना तुहाडे पिता दा है, पर आ जिहड़ा खजाना तख्त ते अज दे दिन प्रकाश होया ये गुरु नानक दा है। दोवें खजाने एक दुनियावी ते एक निरंकारी है। संगत तुझो विकीरण गेरी, पंकज बैसो ज्ञात नहेरी। ते मां की करा मैं, माता त्रिवता कहंदी फिर मेरे आखे लगेगा नानक। कहंदे चल मां दस। कहंदी पहला बचन ये आ भी जिहड़े फकीरां दी संगत करदा वो छड्ड दे। आखो सतनाम। हुण वो माता कह रही जो बाबे तो नहीं होना। मां कहंदी भी पहला मेरी शर्त यह भी जिहड़े तू आप भगवें वाले बंदकी वाले इन्हां दे कोल बहिना ये बंद कर। तू अज भी साध संगत तुसीं आप सियाणे हो, तुहाडा बच्चा नशे वाले बंदे ना रवे ना, तुहानूं किसे नहीं कहना, तुहाडी बदनामी करनगे। जदों तुहाडा बच्चा किते रब दे प्यारे को बह गया गुरुद्वारे, शरीकां नूं मौत पै जांदी, दंदल पै जानी, उन्हां नूं उन्हां कहना भी ये की बन गया, असीं ते चाहुंदे सी 2 सालां च समाप्ति हो जू इन्हां दी ते आपां सारा कुछ सांभांगे। तुहानूं पता गुरु हरगोबिंद साहिब महाराज दी सकी ताई करमो सी उहदा नाम। इत्थों तक कहता सी माता गंगा नूं, कहंदी तुहाडा किहड़ा अग्गा वधना, असीं सांभना सब कुछ। माता गंगा बड़ी रोई सी गुरु अर्जन साहिब पातशाह, मैनूं नहीं पता, जो मर्जी करो मेरी गंढ पा दिओ, नहीं तो मैं दुनिया तो चली जावां। मैनूं मेहना मारिया किसी ने। अज ये शरीका गुरु नाल भी शुरू तो होया, तो जदों फिर गुरु हरगोबिंद साहिब दा प्रकाश हो गया सी ना, तो इस ताई करमों ने शरीका की हुंदा, एक पंजाबी दी कहावत है भी सेरे बन के नहीं आउंदा बाकी। तो उन्हें की कीता सी, एक दाई नूं खरीदिया। कहन लगी भी जदों नच्चन टप्पन लगे ना, पुराना समा सी, उदों प्यार बड़ा हुंदा सी। माफ़ करियो तुसीं ये गल नूं गलत पासे ना जाओ, विल जानी तो तुहाडी मर्जी भी है भी पुराना समा इन्ना प्यारा सी। मैं खुद मेरी मां दसदी भी किते चल जाना ना, तो कई बारी इन्ना ते हुंदा सी भी चाची ताई भी छोटे बच्चे नूं दुध पिया दिंदी सी, इन्ना ते हुंदा सी लोकां। उन्हें स्कीम वरती क्योंकि उदों मुहब्बत सी। उन्हें अपने समुंदर नूं जहर ला के, तुहानूं पता कृष्ण भगवान नाल भी इदां होया सी, वो जहर वाला दुध पियाना चाहे, पर कौन मारे जिदियां अकाल पुरख दे हथ डोरा होना। किसी का बड़ा सोहना 2 अखरां दा शेर सी, कहंदा लत्तां खिच्चण वाले ते बहुत, बड़ा जोर लगन दिया सुट्टन नूं, पर इन्हां नूं ये नहीं पता बांह मेरे प्यारे ने फड़ी आ, ते जिहदा गुट उन्हें फड़िया होए ना जो मर्जी कर ले। तो इस करके वो ना छड़ दे, दुनिया छड़ दे। आखो सतनाम श्री। तो गुरु गरीब नवाज सच्चे पातशाह महाराज दी माता कहंदी भी पहली शर्त भी तू संगत च नहीं जाना। जिथे कथा कीर्तन एक विसाखी भी आउंदी भी एक चोर दी मां सी, उदां दा जद्दी पुश्ती परिवार चोरी करदा सी, दादे बाबे, ते ओहदा प्यो मर गया ते उन्हें चोरी ते लाता बच्चे नूं। चोरी करके घर दा खर्चा चलना, ते अपने बच्चे नूं उन्हें 2-3 गल्लां सिखाईयां। कहंदी भी एक ते स्कूल च नहीं जाना, तेनू सौं आई तेरे प्यो दी, ते दूजा तू मंदिर विच नहीं, धर्मशाल च नहीं जाना, खास करके जिथे कथा हुंदी होवे, कीर्तन हुंदा होवे। बच्चा सी कहंदा मां सौं लगे मैं कदे नहीं जाऊँगा, क्योंकि मां ने चीज़ां तो तां रोकिया सी भी जे इन्हें कथा सुनी, गुरु घर गया किते बैठा, तो इन्हें चोरी छड्ड देनी, चोरी छड्डती तो साडा तो रोटी पानी। ਉਹਦੀ ਸਾਖੀ ਅੰਮ੍ਰਿਤ ਰਸ ਕਿਤਾਬ ਉਹਦੇ 'ਚ ਲਿਖੀ ਵੀ ਇੱਕ ਦਿਨ ਉਹਨੇ ਚੋਰੀ ਕੀਤੀ ਤੇ ਮਗਰ ਪੁਲਿਸ ਲੱਗੀ ਤੇ ਤੇਜ਼ ਭੱਜਾ, ਕੋਈ ਜਗ੍ਹਾ ਨਾ ਲੱਭੀ, ਅੱਗੇ ਧਰਮਸ਼ਾਲਾ ਸੀ ਤੇ ਉਹਦੇ 'ਚ ਬਹਿ ਗਿਆ ਜਿੱਥੇ ਤੁਸੀਂ ਬੈਠੇ ਆ। ਹੁਣ ਪਿੱਛੋਂ ਪੁਲਿਸ ਵਾਲੇ ਆਏ, ਵੇਖ ਵੂਖ ਕੇ ਅੰਦਰ ਤਾਂ ਕੋਈ ਆਉਂਦਾ ਨਹੀਂ ਕਿਉਂਕਿ ਸੰਗਤ ਵਿੱਚ ਬੰਦਾ ਤਰ ਜਾਂਦਾ ਕਿ ਪਾਪੀ ਵੀ। ਉਹ ਮੁੜ ਗਏ ਤੇ ਉੱਥੇ ਜਿਹੜਾ ਕਥਾ ਕਰਦਾ ਸੀ ਉਹਨੇ ਇਹ ਕਥਾ ਕੀਤੀ ਵੀ ਦੇਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ, ਉਹਨਾਂ ਦਾ ਸਰੀਰ ਨਹੀਂ ਨਾ ਹੁੰਦਾ ਆਪਣੇ ਵਰਗਾ, ਇਸ ਦੇਈ ਕੋ सिमरै देव तरसदे। 2 मिनट लुकिया वो चले गए, दौड़ गया, सिर्फ 2 मिनट कथा सुनी, आपां नूं तो 20-20 साल हो गया। 2 मिनट सुनी तो पकड़िया गया तो उन्हें जेल च बंद करता, बड़ी डांग फेरी, पुट्ठा टंग के कुटिया, पर वो मन्निया नहीं कि मैं चोरी की।
ਫਿਰ ਕਿਸੇ ਰਾਜਨੀਤਿਕ ਨੇ ਕਿਹਾ ਵੀ ਜਿਹੜਾ ਬੰਦਾ ਡੰਡੇ ਨਾ ਮੰਨੇ ਉਹ ਧਰਮ ਦੇ ਨਾਂ ਤੇ ਮੰਨ ਜਾਂਦਾ। ਵੀ ਇਹਦਾ ਪਤਾ ਕਰੋ ਵੀ ਇਹਨਾਂ ਦਾ ਪਰਿਵਾਰ ਮੰਨਦਾ ਕਿਹਨੂੰ ਹੈ, ਕਿਹਦੀ ਪੂਜਾ ਕਰਦੇ, ਆਪਾਂ ਉਹਦਾ ਹੀ ਪਹਿਰਾ ਵਰਤਾਉਣੇ। ਜਦੋਂ ਸਿੱਖ ਨੂੰ ਕੋਰਟ ਵਿੱਚ ਮੁਸਲਮਾਨ ਹੋਵੇ ਤੇ ਕੁਰਾਨ ਤੇ ਹੱਥ ਰੱਖ ਕੇ ਕਹਿੰਦੇ ਜੋ ਬੋਲੂੰਗਾ, ਤੇ ਜੇ ਹਿੰਦੂ ਤੇ ਗੀਤਾ ਤੇ ਜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰੇਮੀ ਤੇ ਫਿਰ ਪੋਥੀ ਤੇ, ਕਿਉਂਕਿ ਐਵੇਂ ਥੋੜ੍ਹਾ ਇਹ ਚੀਜ਼ਾਂ ਜਦੋਂ ਮਰਜ਼ੀ ਹੱਥ ਰੱਖ ਕੇ ਸਹੁੰ ਖਾ ਲਈ। ਉਹ ਕਹਿੰਦੇ ਵੀ ਇਹ ਦੇਵੀ ਨੂੰ ਮੰਨਦਾ ਪਰਿਵਾਰ, ਤੇ ਉਹਨਾਂ ਨੇ ਇੱਕ ਦੇਵੀ ਤਿਆਰ ਕੀਤੀ ਨਕਲੀ, ਜਿਹਨੂੰ ਬਾਹਾਂ ਲਾਤੀਆਂ, ਨਕਲੀ ਚਿੜੀਆ ਘਰ ਚੋਂ ਸ਼ੇਰ ਲੈ ਆਂਦਾ, ਰਾਤ ਦੇ 12 ਵਜੇ ਕੈਦ ਦਾ ਬੂਹਾ ਖੋਲ੍ਹਤਾ ਤੇ ਉਹ ਅੰਦਰ ਚਲੇ ਗਈ। ਤੇ ਉਹ ਉੱਠ ਕੇ ਖੜੋ ਗਿਆ ਕਿਉਂਕਿ ਉਹਨੂੰ ਪਤਾ ਮੇਰੀ ਮਾਂ ਜੋਤ ਲਾਉਂਦੀ, ਮੰਨਦੀ। ਕਹਿੰਦਾ ਪ੍ਰਣਾਮ ਮਾਤਾ ਜੀ। ਕਹਿਣ ਲੱਗੀ ਬੱਚਾ ਮੇਰੇ ਤੋਂ ਤੇਰੇ ਦੁੱਖ ਨਹੀਂ ਵੇਖੇ ਗਏ, ਪਰ ਕਢਾਈ ਕਿਸੇ ਨੇ ਸੀ ਵੀ ਸੱਚ ਦੇ ਮੂੰਹ 'ਚੋਂ ਕਢਾਉਣਾ। ਬਹੁਤ ਵੱਡੀਆਂ ਸਿਆਸਤਾਂ ਹੁੰਦੀਆਂ ਦੁਨੀਆ 'ਤੇ, ਖਰੀਦਿਆ ਜਾਂਦਾ ਸਭ ਕੁਝ। ਕਹਿੰਦੇ ਵੀ ਇਹਦੇ ਮੂੰਹ 'ਚੋਂ ਸੱਚ ਸੁਣਨਾ, ਕਿਉਂਕਿ ਤੈਨੂੰ ਇਹਨੇ ਦੱਸ ਦੇਣਾ, ਸਾਨੂੰ ਨਹੀਂ ਇਹਨੇ ਦੱਸਣਾ, ਕਿਉਂਕਿ ਤੇਰੇ 'ਤੇ ਯਕੀਨ ਕਰਦਾ ਏ, ਤੇਰੇ 'ਤੇ ਭਰੋਸਾ ਕਰਦਾ ਏ, ਤੇ ਜਿਹਦੇ 'ਤੇ ਭਰੋਸਾ ਉਹਦੇ ਕੋਲ ਗੱਲ ਕਰ ਹੀ ਲਈਦੀ ਹੈ। ਤੇ ਉਹਨਾਂ ਨੇ ਇਸ ਤਰੀਕੇ ਨਾਲ ਭੇਜਿਆ ਵੀ ਤੂੰ ਸਾਡੀ ਜਸੂਸ ਹੈ, ਇਹਨੂੰ ਮਨਾਉਣਾ ਜ਼ਰੂਰ ਹੈ, ਤੇ ਤੂੰ ਧਾਰਮਿਕ ਹੈ। ਉੱਦਾਂ ਕੁੱਟਣਾ ਤਾਂ ਮੰਨਿਆ ਨਹੀਂ, ਕਹਿੰਦਾ ਮਾਰ ਦਿਓ। ਤੇ ਉਹ ਕਹਿਣ ਲੱਗੀ ਬੱਚਾ ਮੈਂ ਤੇਰੀ ਮਾਂ ਹੈ, ਜਿਹਦੀ ਤੁਸੀਂ ਪੂਜਾ ਕਰਦੇ ਹੋ, ਤੈਨੂੰ ਇੰਨਾ ਕੁੱਟਿਆ ਤੇ ਮੈਂ ਪ੍ਰਗਟ ਹੋਈ ਹਾਂ, ਮੈਨੂੰ ਦੱਸ ਮੇਰਾ ਪੁੱਤ ਤੂੰ ਚੋਰੀ ਕੀਤੀ ਕਿ ਨਹੀਂ। ਅਜੇ ਉਹਦੇ ਲਵਾਂ ਤੋਂ ਨਿਕਲ ਨਹੀਂ ਲੱਗਾ ਕਿ ਮੈਂ ਚੋਰੀ ਕੀਤੀ ਹੈ, ਪਰ ਥੱਲੇ ਨਿਗਾਹ ਪੈ ਗਈ ਵੀ ਪਰਛਾਵਾਂ ਪੈਣ ਦਿਆ, ਵੀ ਸ਼ੇਰ ਦਾ ਵੀ ਪਰਛਾਵਾਂ ਪੈਣ ਦਿਆ ਤੇ ਮਾਤਾ ਦਾ ਵੀ। ਉਹਦੇ ਕੰਨਾਂ 'ਚ ਆਵਾਜ਼ ਆਈ ਵੀ ਉੱਥੇ ਕਥਾ ਹੋ ਰਹੀ ਸੀ ਵੀ ਦੇਵੀ ਦੇਵਤਿਆਂ ਦੇ ਪਰਛਾਵੇਂ ਨਹੀਂ ਹੁੰਦੇ ਤੇ ਧੋਖਾ ਹੋਣ ਲੱਗਾ। ਕਹਿੰਦਾ ਨਾ 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 ਮੈਂ ਚੋਰੀ ਨਹੀਂ ਕੀਤੀ। ਜਦੋਂ ਇਸ ਰਿਜ਼ਲਟ 'ਚੋਂ ਪਾਸ ਹੋਇਆ ਤੇ ਰਾਜੇ ਨੇ ਆਖਿਆ ਵੀ ਸੱਚਾ, ਜੇ ਝੂਠਾ ਹੁੰਦਾ ਤੇ ਇਹਨੇ ਮਾਂਜਣਾ, ਇਹਨੂੰ ਬਰੀ ਕਰ ਦਿਓ। ਜਦੋਂ ਬਰੀ ਕੀਤਾ ਸਿੱਧਾ ਘਰੇ ਗਿਆ, ਜਾ ਕੇ ਕਹਿੰਦਾ ਮਾਂ ਲੋਕਾਂ ਨੂੰ ਤੇ ਦੁਸ਼ਮਣ ਮਾਰਦੇ, ਮੈਨੂੰ ਤੂੰ ਹੀ ਮਾਰਤਾ। ਕਹਿੰਦੀ ਪੁੱਤ ਹੋਇਆ ਕੀ? ਕਹਿੰਦੇ ਮਾਂ ਤੂੰ ਮੇਰੇ 25 ਸਾਲ ਰੋਲੇ, ਜਿਸ ਘਰੋਂ ਮੈਨੂੰ ਜ਼ਿੰਦਗੀ ਮਿਲਣੀ ਸੀ ਤੂੰ ਮੈਨੂੰ ਉਸ ਘਰੋਂ ਰੋਕ ਛੱਡਿਆ। ਕਹਿੰਦੀ ਹੋਇਆ ਕੀ? ਕਹਿੰਦੇ ਅੱਜ ਤੇਰਾ ਪੁੱਤ ਫਾਂਸੀ ਚੜ੍ਹਨਾ ਸੀ, ਜਾਂ ਉਦੋਂ ਦਾ ਕਾਨੂੰਨ ਸੀ ਵੀ ਹੱਥ ਕੱਟ ਦਿੰਦੇ ਸੀ ਜਿਹੜਾ ਚੋਰੀ ਕਰਦਾ। ਕਹਿੰਦੀ ਪੁੱਤ ਬਚਿਆ ਕਿੱਦਾਂ? ਕਹਿੰਦੇ ਜਦੋਂ ਮਗਰ ਲੱਗੇ ਸੀ ਤੇ ਕਥਾ ਹੁੰਦੀ ਤੇ ਮੈਂ 2 ਮਿੰਟ ਹੀ ਬੈਠਾ, ਤੇ ਮੈਂ ਬਸ ਇੰਨਾ ਕਿ ਸੁਣਿਆ ਵੀ ਦੇਵੀ ਦੇਵਤਿਆਂ ਦਾ ਪਰਛਾਵਾਂ ਨਹੀਂ ਹੁੰਦਾ। ਮੇਰੇ ਨਾਲ ਬੜਾ ਧੋਖਾ ਹੋਣ ਲੱਗਾ ਸੀ ਵੀ ਉਹਨਾਂ ਨਕਲੀ ਮਾਤਾ ਤਿਆਰ ਕਰਕੇ ਮੇਰੇ ਕੋਲ ਭੇਜਤੀ, ਤੇ ਮੈਂ ਲੱਗਾ ਹੀ ਸੀ ਅਜੇ ਬੋਲਣ ਤੇ ਮੈਨੂੰ ਕਥਾ ਯਾਦ ਆ ਗਈ। ਤੇ ਮਾਂ ਤੂੰ ਏਡਾ ਧੋਖਾ ਕਿਉਂ ਕੀਤਾ ਮੇਰੇ ਨਾਲ? ਕਹਿਣ ਲੱਗੀ ਪੁੱਤ ਮੈਨੂੰ ਮਾਫ਼ ਕਰੀ, ਮੇਰੀ ਮਜਬੂਰੀ ਸੀ, ਕਿਉਂਕਿ ਜੇ ਮੈਂ ਤੈਨੂੰ ਸੱਚ ਦੱਸ ਦਿੰਦੀ ਤੇ ਆਪਣੀ ਰੋਟੀ ਨਹੀਂ ਸੀ ਚੱਲਣੀ। ਕਹਿੰਦੇ ਕਮਲਗੇ ਜੇ ਅੱਜ ਤੇਰਾ ਪੁੱਤ ਮਰ ਜਾਂਦਾ ਫਿਰ। ਇਹ ਗੱਲਾਂ ਹੁੰਦੀਆਂ ਗੁਰੂ ਕੀ ਕਥਾ ਦੇ ਕੀਰਤਨ ਦੇ ਵਿੱਚੋਂ ਸਿੱਖਿਆ ਹੁੰਦੀ ਹੈ। ਤੋ ਇਸ ਕਰਕੇ ਸਾਧ ਸੰਗਤ ਜੀ, ਮਾਤਾ ਜੀ ਕਹਿਣ ਲੱਗੇ ਵੀ ਤੂੰ ਫਕੀਰਾਂ ਦੇ ਕੋਲ ਨਹੀਂ ਬਹਿਣਾ, ਦੂਜਾ ਕੋਈ ਰੱਬ ਦੀ ਗੱਲ ਨਹੀਂ ਕਰਨੀ, ਕਮਾਈ ਕਰ। ਮਹਾਰਾਜ ਕਹਿੰਦੇ ਮਾਂ ਤੂੰ ਮੇਰੀ ਮਾਂ ਹੈ, ਤੈਨੂੰ ਜੋ ਚਾਹੀਦਾ ਤੂੰ ਮੈਨੂੰ ਦੱਸ, ਮੈਂ ਉੱਦਾਂ ਹੀ ਦੇ ਦਿੰਦਾ, ਪਰ ਜੇ ਮੈਨੂੰ ਫਕੀਰਾਂ ਕੋਲੋਂ ਡੱਕਿਆ ਤੇ ਮੈਂ ਨਹੀਂ ਡੱਕਿਆ ਜਾਣਾ, ਕਿਉਂਕਿ ਅਸਲੀ ਗਹਿਣਾ ਤੇ ਮੇਰਾ ਸਾਧੂ ਸੰਤ ਹੈ। ਹਮ ਸੰਤਨ ਕੀ ਧੰਨ ਮੇਰੇ ਗੁਰੂ ਪਾਤਸ਼ਾਹ ਮਹਾਰਾਜ ਨੇ ਫਕੀਰਾਂ ਸਾਧਾਂ ਦਾ ਗਹਿਣਾ ਇਕੱਠਾ ਕੀਤਾ ਅੱਜ ਦੇ ਦਿਨ, ਜਿਹਦੇ ਵਿੱਚ 11 ਭੱਟ, 15 ਬੋਲੋ ਭਗਤ ਤੇ 4 ਗੁਰਸਿੱਖ, ਬਾਬਾ ਸੱਤਾ ਬਲਵੰਡਾ, ਬਾਬਾ ਸੁੰਦਰ ਜੀ ਗੁਰੂ ਅਮਰਦਾਸ ਦੇ ਪੜਪੋਤੇ, ਤੇ ਮਰਦਾਨਾ ਪਹਿਲਾ। ਕਈ 3 ਕਹਿੰਦੇ ਪਰ ਨਹੀਂ, ਮਰਦਾਨਾ ਪਹਿਲਾ ਬਾਬੇ ਨਾਨਕ ਨੇ ਕਿਹਾ ਮਰਦਾਨੇ ਦੀ ਬਾਣੀ ਹੈ। ਗਿਆਨੀ ਜਸਵੰਤ ਸਿੰਘ ਜੀ ਮੰਜੀ ਸਾਹਿਬ ਤੋਂ ਉਹਨਾਂ ਨੇ ਵਿਦਵਾਨ ਨੇ ਖੁੱਲ੍ਹੀ ਵਿਚਾਰ ਕੀਤੀ, ਉਹਨਾਂ ਅਰਥ ਕੀਤੇ। 3 ਸਿੱਖਾਂ ਦੀ ਨਹੀਂ, ਕਈ 35 ਕਹਿੰਦੇ 36 ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ। 15 ਭਗਤ, 11 ਭੱਟ, 4 ਗੁਰਸਿੱਖ ਤੇ 6 ਗੁਰੂ। ਜਿੱਦਣ ਪ੍ਰਕਾਸ਼ ਹੁੰਦਾ ਏ ਉਦਣ ਪਹਿਲਾ ਪ੍ਰਕਾਸ਼ ਕਿਉਂ ਆਖਿਆ ਗਿਆ? ਕਿਉਂਕਿ ਇਹਦਾ ਮਤਲਬ ਅੱਗੇ ਵੀ ਹੋਣਾ ਏ। ਪਹਿਲੇ ਪ੍ਰਕਾਸ਼ ਤੋਂ ਬਾਅਦ ਸੰਪੂਰਨਤਾ ਦਿਵਸ ਆਉਂਦਾ ਦਮਦਮਾ ਸਾਹਿਬ। ਪਹਿਲੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਵਿੱਚ 30 ਰਾਗ ਨੇ, ਅੰਗ ਵੀ ਥੋੜ੍ਹੇ ਹੈ। ਬਾਅਦ ਵਿੱਚ ਕੁਝ ਗੁਰਬਾਣੀ ਜਿਹੜੀ ਗੁਰੂ ਗੋਬਿੰਦ ਸਿੰਘ ਨੇ 9ਵੇਂ ਪਾਤਸ਼ਾਹ ਦੇ ਸ਼ਲੋਕ 57 ਸ਼ਬਦ ਤੇ 59 ਸ਼ਬਦ 57 ਸ਼ਲੋਕ, ਇਹ ਬਾਅਦ ਵਿੱਚ ਦਰਜ ਕੀਤੇ ਗਏ। ਸ਼ਹਾਦਤ ਤੋਂ ਦਿੱਲੀ ਤੋਂ ਦਮਦਮਾ ਸਾਹਿਬ ਵਾਲੀ ਬੀੜ
फिर जाके हजूर साहब गुरता गद्दी आई। 3 वारी बापू दे ਇਹ ਸੇਵਾ ਦਾ ਮੌਕਾ ਮਿਲਿਆ। ਅੱਜ ਦੇ ਦਿਨ ਪਹਿਲਾ ਪ੍ਰਕਾਸ਼ ਹੁੰਦਾ ਤੇ ਪਹਿਲੇ ਪ੍ਰਕਾਸ਼ ਦੇ ਵਿੱਚ ਮਹਾਰਾਜ ਨੇ ਸੰਤਾਂ ਮਹਾਂਪੁਰਖਾਂ ਨੂੰ, ਜਿੱਦਾਂ ਪੀਲੂ ਕਾਨਾ ਛੱਜੂ ਵੀ ਆਏ ਸੀ ਵੀ ਸਾਡੀ ਗੁਰਬਾਣੀ ਲਿਖੋ। ਮਹਾਰਾਜ ਕਹਿੰਦੇ ਤੁਹਾਡੀ ਗੁਰਬਾਣੀ ਦੇ, ਵਾਹਿਗੁਰੂ ਤੁਹਾਡੀ ਬਾਣੀ ਦੇ ਵਿੱਚੋਂ ਹਉਮੈ ਦੀ ਬੋ ਆਉਂਦੀ ਹੈ, ਕਿਉਂਕਿ ਕਈ ਬਾਣੀਆਂ ਨਕਲੀ ਵੀ ਲਿਖੀਆਂ ਗਈਆਂ। ਮਿਹਰਬਾਨ ਜਿੱਦਾਂ ਪੁੱਤਰ ਹੋਏ ਪਿਰਥੀਏ ਦੇ, ਗਾਂ ਦੀ ਗਾਂ ਜਿਹੜੀ ਆਪਾਂ ਪੰਕਤੀ ਪੜ੍ਹਦੇ ਨਾਮ ਖੁਮਾਰੀ ਨਾਨਕਾ, ਇਹ ਗੁਰਬਾਣੀ ਦੀ ਪੰਕਤੀ ਨਹੀਂ ਜੇ। ਇਹ ਜਿਹਨੂੰ ਕੱਚੀ ਬਾਣੀ ਕਿਹਾ ਗਿਆ ਨਾ, ਆਪਣੀ ਬਣਾ ਲਈ ਸੀ। ਜਦੋਂ ਫਿਰ ਬਾਅਦ ਵਿੱਚ ਪਿਰਥੀਏ ਨੂੰ ਪਤਾ ਲੱਗਾ, ਪ੍ਰਕਾਸ਼ ਹੋਇਆ, ਫਿਰ ਅੱਗ ਤੇ ਲੱਗਣੀ ਸੀ, ਉਹਨੂੰ ਤੜਫ ਆ ਗਈ ਵੀ ਛੋਟਾ ਹੁੰਦਾ ਤੇ ਵੱਡੇ ਤਖਤ ਤੇ ਬੈਠਾ, ਇੰਨੀਆਂ ਸੰਗਤਾਂ ਮਗਰ ਤੁਰੀਆਂ ਫਿਰਦੀਆਂ, ਜਰਿਆ ਨਹੀਂ ਗਿਆ। ਉਹਨੇ ਫਿਰ ਆਪਣੇ ਉਪਰਾਲੇ ਕੀਤੇ, ਮਸੰਦਾਂ ਨੂੰ ਆਪਣੇ ਵੱਲ ਖਰੀਦਿਆ। ਗੁਰੂ ਮਹਾਰਾਜ ਦੀ ਬਦਨਾਮੀ ਸ਼ੁਰੂ ਹੋ ਗਈ ਤੇ ਪੰਗਤ ਦੇ ਵਿੱਚ ਸੰਗਤਾਂ ਆਉਣੀਆਂ ਬੰਦ ਕਰਤੀਆਂ। ਇੱਥੋਂ ਤੱਕ ਵਿਦਵਾਨ ਲਿਖਦੇ ਵੀ ਇੱਕ ਦਿਨ ਗੁਰੂ ਅਰਜਨ ਸਾਹਿਬ ਮਹਾਰਾਜ ਨੇ 3 ਦਿਨਾਂ ਦਾ ਬਹਿਆ ਪ੍ਰਸ਼ਾਦਾ ਛਕਿਆ। ਰੱਬ ਦੇ ਨਾਲ ਸ਼ਰੀਕੇ ਹੁੰਦੇ ਰਹੇ, ਆਪਾਂ ਤਾਂ ਗੱਲ ਹੀ ਕੋਈ ਨਹੀਂ। ਤੇ ਮਾਤਾ ਗੰਗਾ ਜਦੋਂ ਵੇਖਿਆ ਤੇ ਉੱਚੀ ਉੱਚੀ ਰੋ ਪਈ, ਕਹਿੰਦੀ ਮਾਲਕਾ ਇੰਨੀ ਤੇਰੇ ਕੋਲ ਬਖਸ਼ਿਸ਼ ਹੈ ਤੇ ਅੱਜ ਕੀ ਹਾਲ ਬਣਾ ਛੱਡਿਆ। ਮਹਾਰਾਜ ਕਹਿੰਦੇ ਨਹੀਂ, ਉਹ ਵੀ ਆਪਣੇ ਆ। ਜੇ ਕੀੜਾ ਦੰਦੀ ਵੜਦਾ ਹੈ ਨਾ, ਤੇ ਰੱਬ ਨੇ ਕੀੜੇ ਨੂੰ ਸੁਭਾਅ ਦਿੱਤਾ ਹੈ, ਉਹਦਾ ਕੰਮ ਹੈ ਵੱਢਣਾ, ਪਰ ਸਾਨੂੰ ਸੁਭਾਅ ਦਿੱਤਾ ਛੱਡਣਾ। ਜੇ ਕੀੜਾ ਹੀ ਨਹੀਂ ਆਪਣਾ ਸੁਭਾਅ ਛੱਡਦਾ ਵੀ ਉਹਦਾ ਸੁਭਾਅ ਦੰਦੀ ਵੱਢਣਾ, ਤੇ ਅਸੀਂ ਕਿਉਂ ਛੱਡੀਏ? ਅਸੀਂ ਜਰਾਂਗੇ ਜਿੱਥੋਂ ਤੱਕ ਜਰਾਂਗੇ, ਪਰ ਆਪਣਾ ਭਰਾ ਮਾਰੂ ਜੰਗ ਨਹੀਂ ਕਰਨੀ। ਮਹਾਰਾਜ ਨੇ ਵਿਰੋਧ ਨਹੀਂ ਸੀ ਕੀਤਾ ਭਰਾ ਦਾ। ਤੇ ਅੱਜ ਤਾਂ ਬਹੁਤ ਕੁਝ ਹੈ, ਇਸ ਕਰਕੇ ਮਹਾਰਾਜ ਨੇ ਸਾਰੇ ਸੰਤਾਂ ਮਹਾਂਪੁਰਖਾਂ ਦੀ ਬਾਣੀ ਇਕੱਤਰ ਕੀਤੀ। ਗੋਇੰਦਵਾਲ ਆਏ, ਇੱਥੇ ਪੋਥੀਆਂ ਬਾਬੇ ਮੋਹਨ ਜੀ ਕੋਲ ਸਨ। ਬਾਬਾ ਬੁੱਢਾ ਜੀ ਨੂੰ ਭੇਜਿਆ, ਉਹਨਾਂ ਬੂਹਾ ਨਹੀਂ ਖੋਲ੍ਹਿਆ। ਬਾਬਾ ਭਾਈ ਗੁਰਦਾਸ ਜੀ ਆਏ, ਬੂਹਾ ਨਹੀਂ ਖੋਲ੍ਹਿਆ। ਕਹਿੰਦੇ ਪਾਤਸ਼ਾਹ ਬੂਹਾ ਨਹੀਂ ਖੋਲ੍ਹਦੇ। ਉਹ ਕਹਿੰਦੇ ਆ ਵੀ ਗੱਦੀ ਤੇ ਅੱਗੇ ਲੈ ਗਏ, ਹੁਣ ਬਾਣੀ ਵੀ ਲੈਣ ਆਏ। ਤੇ ਫਿਰ ਮਹਾਰਾਜ ਕਹਿੰਦੇ ਤੁਸੀਂ ਕੀ ਕਿਹਾ? ਕਹਿੰਦੇ ਅਸੀਂ ਬੂਹਾ ਭੰਨ ਭੁੰਨ ਕੇ ਆ ਗਏ ਹਾਂ। ਮਹਾਰਾਜ ਕਹਿੰਦੇ ਤੁਸੀਂ ਬਾਬੇ ਮੋਹਨ ਦਾ ਬੂਹਾ ਖੜਕਾਇਆ, ਬੂਹਾ ਹੋਰ ਖੜਕਾਉਣਾ ਸੀ। ਕਹਿੰਦੇ ਜਦੋਂ ਲੋਕਾਂ ਦੇ ਬੂਹੇ ਖੜਕਾਵਾਂਗੇ ਤੇ ਲੋਕਾਂ ਨਹੀਂ ਖੋਲ੍ਹਣੇ, ਕਰਤਾਰ ਦਾ ਬੂਹਾ ਖੜਕਾਈਦਾ। ਮਹਾਰਾਜ ਆਪ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਨੰਗੇ ਚਰਨੀ ਚੱਲੇ, ਸਰੰਦਾ ਮੋਢੇ ਤੇ ਟੰਗਿਆ। ਗੋਇੰਦਵਾਲ ਆਏ, ਦਰਸ਼ਨ ਕਰਿਓ ਕਿਤੇ ਚੁਬਾਰਾ ਸਾਹਿਬ, ਇੱਕ ਬੌਲੀ ਸਾਹਿਬ ਹੈ ਗੋਇੰਦਵਾਲ, ਇੱਕ ਚੁਬਾਰਾ ਸਾਹਿਬ ਸਾਈਡ ਤੇ ਹੈ। ਉਹ ਅਜੇ ਵੀ ਥੋੜ੍ਹੀਆਂ ਜਿਹੀ ਇੱਟਾਂ ਪੁਰਾਣੀਆਂ ਹੈਗੀਆਂ। ਉੱਥੇ ਮਹਾਰਾਜ ਥੱਲੇ ਬਹਿ ਗਏ ਚੁਬਾਰੇ ਦੇ, ਤੇ ਸਰੰਦਾ ਖੋਲ੍ਹਿਆ। ਤੇ ਸਿੱਖ ਕਹਿੰਦੇ ਜੀ ਬਾਬਾ ਮੋਹਨ ਤੇ ਚੁਬਾਰੇ 'ਚ ਹੈ। ਪੋਥੀਆਂ ਉੱਥੇ ਅੰਦਰ ਪਈਆਂ, ਬੂਹਾ ਢੋਇਆ। ਮਹਾਰਾਜ ਕਹਿੰਦੇ ਇਹੋ ਤੇ ਗਲਤੀ ਕੀਤੀ ਤੁਸੀਂ ਕਿਸੇ ਇਨਸਾਨ ਦਾ ਬੂਹਾ ਖੜਕਾਇਆ ਏ। ਇਨਸਾਨ ਮਰਜ਼ੀ ਦਾ ਮਾਲਕ ਹੁੰਦਾ ਏ, ਪਰ ਇਹਦਾ ਬੂਹਾ ਖੜਕਾਓ, ਜੇ ਇੱਕ ਵਾਰੀ ਖੁੱਲ੍ਹ ਗਿਆ ਤੇ ਮੁੜ ਕੇ ਬੰਦ ਨਹੀਂ ਹੁੰਦਾ। ਉਹ ਬੂਹਾ ਕਿੱਦਾਂ ਖੜਕਾਇਆ? ਸਰੰਦਾ ਲੈ ਕੇ ਮਹਾਰਾਜ ਨੇ ਸ਼ਬਦ ਹੀ ਇੰਨੇ ਪਿਆਰੇ ਪੜ੍ਹੇ ਰੱਬ ਦੀ ਉਸਤਤ ਵਿੱਚ। ਕਈ ਕਥਾ ਕਰਦੇ ਬਾਬੇ ਮੋਹਨ ਨੂੰ ਵਡਿਆਇਆ, ਨਹੀਂ, ਉੱਥੇ ਰੱਬ ਨੂੰ ਵਡਿਆਇਆ। ਮਹਾਰਾਜ ਕਹਿੰਦੇ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰ, ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰ। ਤੇ ਸਾਡੇ ਵਰਗੇ ਨਚੀਜ ਰਾਗੀ ਢਾਡੀ ਕਥਾਵਾਚਕ ਬੋਲਦੇ ਤੇ ਸੰਗਤਾਂ ਧੁੱਪੇ ਬਹਿ ਕੇ ਸੁਣ। ਤੇ ਜਦੋਂ ਰੱਬ ਆਪ ਕੀਰਤਨ ਕਰਦਾ ਉਹ ਕਿਆ ਬਾਤ ਬਣੀ ਹੋਊ। ਗੁਰੂ ਅਰਜਨ ਸਾਹਿਬ ਨੇ ਸਰੰਦਾ ਛੇੜਿਆ, ਇੰਨੇ ਕਮਾਲ ਦੇ ਸ਼ਬਦ ਗਾਏ। ਬਾਬੇ ਮੋਹਨ ਦੇ ਕਵਾੜ ਖੁੱਲ੍ਹ ਗਏ, ਬੂਹਾ ਖੋਲ੍ਹ ਕੇ ਭੱਜੇ ਆਏ, ਮਹਾਰਾਜ ਦੇ ਚਰਨਾਂ ਤੇ ਡਿੱਗੇ। ਗੁਰਬਾਣੀ ਉਹ ਬੂਹੇ ਖੁਲਾ ਦਿੰਦੀ ਜਿਹੜੇ ਕਿਸੇ ਤੋਂ ਨਹੀਂ ਖੁੱਲ੍ਹਦੇ। ਕਰਮਾਂ ਦੇ ਬੂਹੇ ਬੰਦ ਨਾ ਆਪਣੇ। ਤੇ ਮਹਾਰਾਜ ਇੰਨੀ ਤਾਕਤ ਰੱਖਦੇ, ਕਰਮਾਂ ਦੇ ਦਰਵਾਜ਼ੇ ਬੰਦਾ ਨਹੀਂ ਖੋਲ੍ਹ ਸਕਦਾ। ਆਪਾਂ ਕਿਤੇ ਜਾਈਏ, ਅਗਲਾ ਕਹਿੰਦਾ ਸੌਰੀ ਤੇਰੇ ਕਰਮ ਸਾਥ ਨਹੀਂ ਦਿੰਦੇ। ਇਹ ਜਦੋਂ ਫਿਰ ਇਹ ਖੁਸ਼ ਹੁੰਦਾ, ਕਰਮਾਂ ਦੇ ਬੂਹੇ ਖੋਲ੍ਹ ਕੇ ਦਿੰਦਾ। ਬਾਬਾ ਮੋਹਨ ਜੀ ਜਿਹੜੇ ਬੂਹਾ ਖੜਕਾਇਆ ਨਹੀਂ ਸੀ ਆਉਂਦੇ, ਕਹਿੰਦੇ ਸਤਿਗੁਰੂ ਨਾ ਬਸ ਕਰੋ, ਇੰਨਾ ਸ਼ਰਮਿੰਦਾ ਨਾ ਕਰੋ, ਦੱਸੋ ਕੀ ਚਾਹੀਦਾ? ਕਹਿੰਦੇ ਖਜ਼ਾਨਾ ਦੇ ਦਿਓ। ਸਾਡੇ ਪਿਓ ਦਾਦੇ ਦਾ ਖਜ਼ਾਨਾ ਅਸੀਂ ਇਕੱਠਾ ਕਰਨ ਲੱਗੇ ਹਾਂ, ਸਾਰਿਆਂ ਨੂੰ ਵੰਡਣਾ ਆਪਾਂ। ਤੁਹਾਡਾ ਵੀ ਪਿਓ ਗੁਰੂ ਅਮਰਦਾਸ ਹੈ, ਸਾਡਾ ਵੀ। ਜੋਤ ਉਹ ਜੁਗਤ ਸਾਏ ਸਹਿ ਕਾਇਆ ਫਿਰ। ਇਸ ਕਰਕੇ ਸਾਧ ਸੰਗਤ ਜੀ, ਗਰੀਬ ਨਵਾਜ ਇੱਕ ਸਿੰਘ ਉੱਠੋ, 2 ਤੇ ਫੁੱਲ ਵੰਡ ਦਿਓ। ਸਮਾਂ ਸੰਪੂਰਨ ਹੋ ਗਿਆ ਹੈ, ਹੁਣ ਆਪਾਂ ਧਾਰਨਾ ਪੜ੍ਹ ਕੇ ਸਮਾਪਤੀ ਕਰਨੀ। ਵਕਤ ਵਿਚਾਰੇ ਸੁਬੰਦਾ ਹੋਏ। ਤੇ ਉਸ ਵੇਲੇ ਸਾਰੀ ਗੁਰਬਾਣੀ ਥੋੜ੍ਹੀ ਥੋੜ੍ਹੀ ਕਰਕੇ ਇਕੱਤਰ ਕਰਵਾਈ ਤੇ ਫਿਰ ਉਹ ਬੀੜ ਤਿਆਰ ਕੀਤੀ।
ਤੇ ਸਾਰੀ ਧਰਤੀ ਤੇ ਸੱਦੇ ਭੇਜੇ। ਮੈਂ ਕੱਲ ਵੀ ਬੇਨਤੀ ਕੀਤੀ, ਗਰੀਬ ਬਣ ਕੇ ਅੱਜ ਤੇ ਮਾਣ ਹੈ, ਗੁਰੂ ਕੀਆਂ ਸੰਗਤਾਂ ਬਾਹਰ ਵੀ ਭਰਿਆ ਪਿਆ ਬਰਾਂਡਾ। ਹੱਲੇ ਦੇ ਨਾਲ ਵਰਤਾ ਦਿਓ ਜੀ, ਸਮਾਂ ਨਹੀਂ ਉੱਪਰ ਕਰਨਾ ਆਪਾਂ। ਇੱਕ ਸਿੰਘ ਹੋਰ ਉੱਠ ਪਓ, ਬਾਹਰ ਵੀ ਸੰਗਤ ਬੈਠੀ, ਹੱਲਾ ਕਰਿਓ। ਤੋ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ, ਦਇਆ ਕਰਦੇ ਨੇ। ਮਹਾਰਾਜ ਨੇ ਸਾਰੀ ਸੰਗਤ ਨੂੰ ਸੱਦੇ ਦਿੱਤੇ ਵੀ ਅੱਜ ਆਪਣੇ ਪਿਓ ਦਾਦੇ ਦੀ ਜਾਇਦਾਦ ਹੈ ਤੇ ਆਪਣੇ ਨਾਂ ਲੱਗਣੀ। ਤੇ ਜਿੱਦਣ ਬਾਪੂ ਨੇ ਜਾਇਦਾਦ ਵੰਡਣੀ ਹੋਵੇ ਤੇ ਜਿਹੜੇ ਪੁੱਤ ਕਦੇ ਨਹੀਂ ਆਉਂਦੇ ਉਹ ਵੀ ਤੜਕੇ 4 ਵਜੇ ਆ ਜਾਂਦੇ। ਇਹ ਸਾਰੀ ਸੰਗਤ ਫਿਰ ਅੱਜ ਖਜ਼ਾਨਾ ਲੈਣ ਲਈ ਇਕੱਤਰ ਹੋਈ ਹੈ। ਤੋੜੇ ਭਰ ਭਰ ਕੇ ਵਰਸਤਾਂ ਬਸਤਾਂ ਆਈਆਂ। ਕੋਈ ਰਗੜਾ ਲਾਈ ਜਾਂਦਾ, ਕੋਈ ਦਾਲ ਬਣਾਈ ਜਾਂਦਾ, ਕੋਈ ਜਲੇਬੀਆਂ ਕੱਢੀ ਜਾਂਦਾ, ਕੋਈ ਜਰਦੇ ਦੇ ਚੌਲ ਬਣਾਈ ਜਾਂਦਾ, ਕੋਈ ਜੋੜਾ ਘਰ ਦੇ ਵਿੱਚ ਜੋੜੇ ਲਾਈ ਜਾਂਦਾ। ਬੜਾ ਡਾਢਾ ਇਕੱਠ ਮੇਰੇ ਮਾਲਕ ਦੇ ਘਰ ਹੈ। ਕਿਸੇ ਨੇ ਫੁੱਲਾਂ ਦੀਆਂ ਟੋਕਰੀਆਂ ਭਰੀਆਂ। ਤੇ ਸਮਾਂ ਆਇਆ 1604 ਦਾ। ਮੇਰੇ ਪਾਤਸ਼ਾਹ ਮਹਾਰਾਜ ਨੇ ਬਾਬਾ ਬੁੱਢਾ ਜੀ ਦੇ ਉੱਤੇ ਕਿਰਪਾ ਕੀਤੀ। ਕਹਿੰਦੇ ਆਓ ਬਾਬਾ ਜੀ ਲਿਆਈਏ ਬੀੜ। ਜਿੱਥੇ ਲਿਖਦੇ ਸੀ ਨਾ ਰਾਮਸਰ 5 ਸਰੋਵਰ, ਹੁਣ ਟਾਈਮ ਨਹੀਂ ਹੈ, ਉੱਥੇ ਗੁਰਬਾਣੀ ਸਾਰੀ ਲਿਖੀ ਗਈ। ਸ਼ਹੀਦਾਂ ਸਾਹਿਬ ਦੇ ਲਾਗੇ ਪ੍ਰਕਾਸ਼ ਉੱਥੇ ਹੋਣੀ ਹੈ। ਬਾਬਾ ਬੁੱਢਾ, ਹੁਣ ਇੱਕ ਚੀਜ਼ ਨੋਟ ਕਰਿਓ ਵੀ ਸਰੂਪ ਸ਼ਹੀਦਾਂ ਸਾਹਿਬ ਲਾਗੇ ਰਾਮਸਰ ਹੈ ਨਾ ਜਿਹੜਾ, ਉੱਥੋਂ ਚੱਕਿਆ ਤੇ ਉੱਥੇ ਲਿਜਾਣਾ ਕਿੰਨਾ ਪੈਂਡਾ ਬਣਦਾ ਸ਼ਹੀਦਾਂ ਸਾਹਿਬ ਤੋਂ। ਤੇ ਕਿੰਨੀ ਸੰਗਤ ਨਾਲ ਹੋਊ ਤੇ ਸ਼ਬਦ ਪੜ੍ਹਦੇ ਜਾਣ ਤੇ ਫੁੱਲ ਸੁੱਟਦੇ ਜਾਣ। ਹੋ ਰਹੀ ਹੈ ਤੇਰੀ ਜੈ ਜੈਕਾਰ, ਹੋ ਰਹੀ ਹੈ ਤੇਰੀ ਜੈ ਜੈਕਾਰ, ਹੋ ਰਹੀ ਹੈ ਪ੍ਰੇਮ ਦੇ ਨਾਲ ਜੈ ਜੈਕਾਰ, ਹੋ ਰਹੀ ਹੈ ਜੈ ਸਿੱਖਾ ਮਨ
ਗੁਰ ਸਿੱਖਾ ਮਨ ਵਧਾਈਆ। ਗੁਰ ਸਿੱਖਾ ਮਨ ਵਧਾਈਆ। ਗੁਰ ਸਿੱਖਾ ਮਨ ਵਧਾਈਆ। ਸੰਗਤ ਜੀ ਬਹੁਤ ਬਹੁਤ ਧੰਨਵਾਦ। ਇਹੀ ਜ਼ਿੰਦਗੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨਾ। ਆਨੰਦ ਕਿਤੋਂ ਨਹੀਂ ਮਿਲਦਾ। ਅਮਰੀਕਾ ਕੈਨੇਡਾ ਤੱਕ ਘੁੰਮ ਲਓ, ਡਾਲਰ ਪਾਉਂਡ ਬੜਾ ਕੁਝ ਮਿਲਦਾ, ਪਰ ਮਾਰੇ ਕਹਿੰਦੇ ਤੇਰਾ ਘਰ ਆਨੰਦ ਬਤਾ। ਜੇ ਕਿਸੇ ਨੂੰ ਆਨੰਦ ਆਉਂਦਾ ਐਵੇਂ ਥੋੜਾ ਕੈਨੇਡਾ ਦਾ ਪ੍ਰਧਾਨ ਮੰਤਰੀ ਹਰਿਮੰਦਰ ਸਾਹਿਬ ਭਾਂਡੇ ਮਾਰਦਾ ਯਾਰ, ਇੱਥੇ ਆਨੰਦ ਹੀ ਇਸ ਘਰ 'ਚ। ਇਸ ਕਰਕੇ ਆਪਾਂ ਸਾਰੇ ਆਨੰਦ ਲਿਆ। ਮਹਾਰਾਜ ਨੇ ਪ੍ਰਕਾਸ਼ ਕੀਤਾ, ਬਾਬਾ ਬੁੱਢਾ ਸਾਹਿਬ ਨੂੰ ਕਿਹਨੇ ਤਸੀਹ ਕਰੋ ਕਹਿੰਦੇ ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਓ ਆਵਾਜ਼ ਸੁਣੈ ਸਭ ਪੰਥ। ਵੱਡੇ ਗ੍ਰੰਥ ਕੋ ਖੋਲਾ, ਅਦਬ ਸਹਿਤ ਗ੍ਰੰਥ ਕੋ ਖੋਲਾ। ਲੈ ਆਵਾਜ਼ ਬੁੱਢਾ ਮੁਖ ਬੋਲਾ। ਪੁਰਖਾਂ ਨੇ ਪ੍ਰਕਾਸ਼ ਕੀਤਾ ਤੇ ਬਚਨ ਆਏ ਸੰਤਾਂ ਕੇ। ਸੰਤਾਂ ਕੇ ਕਾਰਜ ਆਪ ਖਲੋਇਆ। ਹਰ ਕੰਮ ਕਰਾਵਣ ਆਇਆ ਰਾਮ। ਮਹਾਰਾਜ ਸਾਹਿਬ ਨੂੰ ਸੰਗਤ ਨੇ ਇੰਨੀ ਵਰਖਾ ਕੀਤੀ ਕਿ ਗੁਰੂ ਮਹਾਰਾਜ ਦਾ ਸਰੂਪ ਬਾਬਾ ਬੁੱਢਾ ਗੁਰੂ ਅਰਜਨ ਸਾਹਿਬ ਫੁੱਲਾਂ 'ਚ ਲੋ ਗਏ। ਇੰਨਾ ਪਿਆਰ ਸੰਗਤ ਨੇ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਫੁੱਲ ਸੁੱਟੇ ਐ ਤੇ ਇਹ ਖਜ਼ਾਨਾ ਜਦੋਂ ਖੋਲਿਆ ਤੁਹਾਡੀ ਜ਼ਿੰਦਗੀ ਫੁੱਲਾਂ ਵਰਗੀ ਹੋ ਗਈ। ਕਿਉਂਕਿ ਫੁੱਲ ਸੁੱਕਦਾ ਸੁੱਕਦਾ ਵੀ ਮਹਿਕ ਵਾਂਡੀ ਜਾਂਦਾ। ਇਸ ਕਰਕੇ ਮਾਰੇ ਕਹਿੰਦੇ ਤੁਸੀਂ ਸਾਡੇ ਤੇ ਫੁੱਲ ਸੁੱਟੇ ਐ। ਅਸੀਂ ਅਰਦਾਸ ਕਰਦੇ ਗੁਰੂ ਗ੍ਰੰਥ ਸਾਹਿਬ ਤੁਹਾਡੀ ਜ਼ਿੰਦਗੀ ਫੁੱਲਾਂ ਵਾਂਗੂ ਖਿੜਦੀ। ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਬਹੁਤ ਧੰਨਵਾਦ ਗੁਰੂ ਕੀ ਸੰਗਤ ਜੀ। ਕੱਲ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਗੁਰਤਾ ਗੱਦੀ ਦਿਹਾੜੇ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਮਾਫੀ। ਆਪ ਸੰਗਤਾਂ ਪ੍ਰੇਮ ਦੇ ਨਾਲ ਪਹੁੰਚੇ ਹੋ। ਕੀਰਤਨ ਦਾ ਰਸ ਮਾਣੀਏ। ਮਹਾਰਾਜ ਸੱਚੇ ਪਾਤਸ਼ਾਹ ਦੀ ਇਸ ਖਜ਼ਾਨੇ ਦੀ ਕੁੰਜੀ ਕੀਰਤਨ ਹੈ। ਕੀਰਤਨ ਦੇ ਪ੍ਰਭਾਵ ਵਿੱਚ ਖਜ਼ਾਨਾ ਰੋਜ਼ ਵੰਡਿਆ ਜਾਂਦਾ। ਵਾਹਿਗੁਰੂ ਜੀ ਕਾ ਖਾਲਸਾ।